ਜਿਹੜਾ ਬੋਨ ਮੈਰੋ ਹੈ ਨਾ ਜੀ, ਇਹ ਤਾਂ ਆਪਣੇ ਲੋਕ ਇੱਕ ਮਿਥ ਹੈ ਆਪਣੇ ਲੋਕਾਂ 'ਚ, ਔਰ ਡਰ ਜਾਂਦੇ ਆ ਬੋਨ ਮੈਰੋ ਦਾ ਨਾਮ ਸੁਣ ਕੇ। ਲੋਕ ਇਹ ਸੋਚ ਲੈਂਦੇ ਆ, ਡਰ ਜਾਂਦੇ ਨੇ ਕਿ ਸ਼ਾਇਦ ਸਾਡੀ ਹੱਡੀਆਂ ਦੇ ਵਿੱਚੋਂ ਕੁਝ ਕੱਢਿਆ ਜਾਊ। ਇੱਕ ਕੈਂਸਰ ਪੇਸ਼ੈਂਟ ਨੂੰ ਆਪਾਂ ਨਵੀਂ, ਜਿਵੇਂ ਆਪਾਂ ਸੈਕਿੰਡ ਲਾਈਫ ਦੇ ਸਕਦੇ ਹਾਂ ਜੇ ਆਪਾਂ ਕਿਸੇ ਨਾਲ ਮੈਚ ਹੋ ਜਾਈਏ ਤੇ ਆਪਣਾ ਬੋਨ ਮੈਰੋ ਉਹਨਾਂ ਨੂੰ ਡੋਨੇਟ ਕਰ ਦਈਏ। ਔਰ ਇਹ ਮੈਚ ਜਿਹੜਾ ਰੇਅਰ ਹੁੰਦਾ, 1 ਲੱਖ ਪਿੱਛੇ ਇੱਕ ਬੰਦੇ ਦਾ ਮੈਚ ਹੁੰਦਾ। 1 in a million ਮੈਚ ਆਪਾਂ ਬੋਲਦੇ ਹਾਂ ਬੋਨ ਮੈਰੋ। ਇਟਸ ਨਾਟ ਕਿ ਵੀ ਹਾਂ ਤੁਸੀਂ ਕਿਸੇ ਨਾਲ ਵੀ ਐਵੇਂ ਮੈਚ ਕਰ ਜਾਂਦੇ ਹੋ। ਪੰਜਾਬ 'ਚ ਤਾਂ ਮੈਂ ਇਹੀ ਕਹੂੰਗੀ ਕਿ ਆਉਣ ਵਾਲਾ ਟਾਈਮ ਪਤਾ ਹੀ ਨਹੀਂ। ਅੱਜ ਹਰ ਦੂਜੇ ਘਰ 'ਚ ਕੈਂਸਰ ਹੈ, ਅਤੇ ਮੇਰੇ ਖਿਆਲ ਆਉਣ ਵਾਲੇ ਟਾਈਮ 'ਚ ਹਰ ਘਰ 'ਚ ਇੱਕ ਕੈਂਸਰ ਪੇਸ਼ੈਂਟ ਹੋਊਗਾ। ਮੈਂ ਨਹੀਂ ਕਹਿੰਦੀ ਪਰਮਾਤਮਾ ਇੱਦਾਂ ਕਰੇ। ਸਾਡੇ ਤਾਂ ਲੋਕ ਖੂਨਦਾਨ ਕਰਨ ਤੋਂ ਬਹੁਤ ਡਰਦੇ ਸੀਗੇ। ਹੁਣ ਜਦੋਂ ਪਤਾ ਲੱਗਿਆ ਵੀ ਕੋਈ ਨੁਕਸਾਨ ਨਹੀਂ ਹੈਗਾ, ਸ਼ਾਮ ਨੂੰ ਜਾ ਕੇ ਜੋ ਮਰਜ਼ੀ ਜਿਵੇਂ ਮਰਜ਼ੀ ਕੰਮ ਕਰ ਸਕਦੇ ਆ ਨਾ, ਖੁਰਾਕ 1-2 ਦਿਨ ਧਿਆਨ ਰੱਖੋ। ਹੁਣ ਉਹ ਚੀਜ਼ ਦੀ ਕੋਈ ਕਮੀ ਨਹੀਂ। ਬਲੱਡ ਡੋਨੇਟ ਕਰਨ ਵਾਲੇ ਬੜੀ ਛੇਤੀ ਬੜੇ ਆਰਾਮ ਦੇ ਨਾਲ ਹੁਣ ਮਿਲ ਜਾਂਦੇ ਨੇ। ਫਿਰ ਜਦੋਂ ਡੇਂਗੂ ਆਇਆ, ਪਲੇਟਲੈਟ ਦਾ ਰੌਲਾ ਪਿਆ ਤਾਂ ਬਹੁਤ ਲੋਕ ਡਰੇ ਕਿ ਪਲੇਟਲੈਟ ਘਟ ਜਾਣਗੇ, ਤੇਰੇ ਅੰਦਰ ਕਮਜ਼ੋਰੀ ਆ ਜੂਗੀ, ਤੇਰੇ ਜੇ ਘਟ ਕੇ ਫਿਰ ਹੌਲੀ ਹੌਲੀ ਉਸ ਚੀਜ਼ ਨੂੰ ਵੀ ਲੋਕਾਂ ਨੇ ਅਡੋਪਟ ਕਰ ਲਿਆ। ਲੋਕਾਂ ਨੂੰ ਲੱਗਿਆ ਕਿ ਨਹੀਂ, ਪਲੇਟਲੈਟ ਵੀ ਜਿਹੜੇ ਆ ਆਰਾਮ ਨਾਲ ਦਿੱਤੇ ਜਾ ਸਕਦੇ ਆ। ਇਹ ਜਿਹੜਾ ਬੋਨ ਮੈਰੋ ਦੇ ਵਿੱਚ ਜਿਹੜਾ ਸਟੈਮ ਸੈੱਲ ਨੂੰ ਡੋਨੇਟ ਕਰਨ ਦੀ ਪ੍ਰੋਸੈਸ ਆ, ਇਹਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਸੋਚਦੇ ਨੇ ਕਿ ਸ਼ਾਇਦ ਜਿਹੜਾ ਡੋਨੇਟ ਕਰੂਗਾ ਨਾ, ਉਹਨੂੰ ਕੋਈ ਦਿੱਕਤ ਆ ਸਕਦੀ ਹੈ। ਇਹਦੇ ਬਾਰੇ ਜ਼ਰੂਰ ਸਮਝਾਓ। ਮੈਨੂੰ 6 ਸਾਲ ਹੋ ਚੁੱਕੇ ਨੇ ਡੋਨੇਟ ਕੀਤੇ ਹੋਏ, ਅਤੇ ਜਿੱਦਣ ਮੈਂ ਮੈਚ ਕੀਤੀ ਆ, ਮੈਂ ਇੱਥੇ ਦੱਸੂਗੀ ਕਿ ਮੈਂ ਇਸ ਸਾਈਡ ਕਿਵੇਂ ਆਈ ਹਾਂ। ਮੇਰੇ ਦਿਮਾਗ 'ਚ ਉਦੋਂ ਇਹੀ ਗੱਲ ਆਈ ਸੀ ਕਿ ਜੇ ਵਾਹਿਗੁਰੂ ਨੇ ਮੈਨੂੰ ਕਿਸੇ ਨਾਲ ਮੈਚ ਕੀਤਾ, ਇਹ ਤਾਂ ਮੈਂ ਇਹੀ ਕਹੂੰਗੀ ਕਿ ਉਦੋਂ ਇਹ ਨਾਲ ਇਹ ਸੋਚੋ ਵੀ ਪਤਾ ਨਹੀਂ ਤੁਹਾਡਾ ਕੀ ਰਿਸ਼ਤਾ। ਉੱਥੇ ਇਹ ਸੋਚੋ ਹੀ ਨਾ ਵੀ ਉਹ ਕੋਈ ਤੀਸਰਾ ਬੰਦਾ। ਮੈਨੂੰ ਤਾਂ ਹੁਣ ਤੱਕ ਵੀ ਨਹੀਂ ਪਤਾ ਮੈਂ ਕਿਹਨੂੰ ਡੋਨੇਟ ਕੀਤਾ। ਮੈਂ ਲੱਕੀ ਕਹਿ ਸਕਦੀ ਆਪਣੇ ਨੂੰ ਕਿ ਮੈਂ ਬਹੁਤ ਕਿਸਮਤ ਵਾਲੀ ਸਮਝਦੀ ਹਾਂ ਕਿ ਮੈਂ ਕਿਸੇ ਨਾਲ ਮੈਚ ਕੀਤੀ ਅਤੇ ਮੈਂ ਕਿਸੇ ਦੀ ਜਾਨ ਬਚਾਈ ਹੈ। ਹੁਣ ਇਹ ਜਲੰਧਰ ਕੋਲ ਪਿੰਡ ਸੀਗਾ, ਮੈਂ ਚਲੋ ਆਈਡੀ ਡਿਸਕਲੋਜ਼ ਨਹੀਂ ਕਰਾਂਗੇ ਇੱਥੇ ਕਿਉਂਕਿ ਨਹੀਂ ਕਰ ਸਕਦੇ ਆਪਾਂ। ਉੱਥੇ ਮੁੰਡਾ ਹੈ 23 ਸਾਲ ਦਾ, ਦਿੱਲੀ ਦੀ ਪੇਸ਼ੈਂਟ ਹੈ, ਹਜੇ ਵੀ ਦਿੱਲੀ ਪੇਸ਼ੈਂਟ ਹਸਪੀਟਲ ਦੇ ਵਿੱਚ ਪਈ ਹੈ, ਏਮਸ ਦੇ ਵਿੱਚ। 100% ਉਹ ਮੁੰਡਾ ਮੈਚ ਕੀਤਾ ਸੀ ਉਹਦੇ ਨਾਲ। ਮੈਂ ਉਹਨਾਂ ਦੇ ਘਰ ਜਾ ਕੇ 4 ਘੰਟੇ ਮਤਲਬ ਪੂਰਾ ਐਕਸਪਲੇਨ ਕੀਤਾ, ਆਪਦੀ ਵੀਡੀਓਜ਼ ਦਿਖਾਈਆਂ, ਤਾਂ ਤੁਸੀਂ ਬਿਲੀਵ ਨਹੀਂ ਕਰੋਗੇ ਵੀਰ ਜੀ, ਉਹਨਾਂ ਨੇ ਮੈਨੂੰ ਐਵੇਂ ਕੱਢਿਆ ਸੀ ਜਿਵੇਂ ਭਿਖਾਰੀ ਭੀਖ ਮੰਗਣ ਨਹੀਂ ਆਉਂਦਾ, ਉਹਨਾਂ ਨੂੰ ਜੁੱਤੀਆਂ ਮਾਰ ਕੇ ਘਰੋਂ ਬਾਹਰ ਕੱਢੀ ਦਾ। ਨਾ ਉਹ ਪੇਸ਼ੈਂਟ ਨੂੰ ਜਾਣਦੀ ਸੀ, ਨਾ ਹੀ ਉਹ ਮੁੰਡੇ ਨੂੰ ਜਾਣਦੀ ਸੀ। ਉਹਨਾਂ ਦੇ ਦਿਮਾਗ 'ਚ ਇਹੀ ਜੀ, ਤੁਸੀਂ ਤਾਂ ਸਾਡੇ ਮੁੰਡੇ ਦੇ ਢਿੱਡ 'ਚ ਕੀੜੇ ਪਾ ਦੂੰਗੇ, ਤੁਸੀਂ ਸਾਡੇ ਨੂੰ ਆਹ ਕਰ ਦੋਗੇ। ਜਦ ਕਿ ਮੈਂ ਸਭ ਐਕਸਪਲੇਨ ਕੀਤਾ। ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਤੁਹਾਡੇ ਮੁੰਡੇ ਨਾਲ ਰਹੂੰਗੀ, ਜਦ ਤੱਕ ਡੋਨੇਟ ਨਹੀਂ ਹੋਊਗਾ ਮੈਂ ਨਾਲ ਰਹੂੰਗੀ, ਤੁਸੀਂ ਨਾਲ ਰਹੋ ਆਪਣੇ ਬੱਚੇ ਦੇ, ਬਟ ਤੁਸੀਂ ਉਹਨੂੰ ਡੋਨੇਟ ਕਰਨ ਦਿਓ, ਇੱਕ ਮਤਲਬ ਲੇਡੀ ਦੀ ਜਾਨ ਬਚ ਜੂਗੀ। ਪਰ ਉਹ ਸਟਿਲ ਹਜੇ ਤੱਕ ਵੀ ਨਹੀਂ ਮੰਨੇ। ਜਦੋਂ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ, ਚਾਹੇ ਇੰਡੀਆ, ਚਾਹੇ ਕੈਨੇਡਾ, ਚਾਹੇ UK, ਕਿਤੇ ਵੀ ਜਦੋਂ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ, ਇਹ ਇੱਕ ਆਪਣੇ ਆਪ ਨਾਲ, ਆਪਣੇ ਦਿਲ ਨਾਲ ਇੱਕ ਪ੍ਰੋਮਿਸ ਕਰੋ ਵੀ ਜਿਹਦੇ ਮਰਜ਼ੀ ਨਾਲ ਮੈਂ ਮੈਚ ਕਰਾਂ, ਮੈਂ 100% ਆਪ ਦਾ ਬੋਨ ਮੈਰੋ ਡੋਨੇਟ ਕਰਾਂਗਾ, ਨੋ ਮੈਟਰ ਵਟ। ਦੋਸਤੋ, ਅੱਜ ਇੱਕ ਬੇਹੱਦ ਗੰਭੀਰ ਮੁੱਦੇ ਦੇ ਉੱਤੇ ਚਰਚਾ ਕਰਨੀ ਆ, ਕਿਉਂਕਿ ਸਾਡੇ ਆਲੇ ਦੁਆਲੇ ਬਹੁਤ ਕੁਝ ਘਟ ਰਿਹਾ। ਅਸੀਂ ਬੜੀਆਂ ਚੀਜ਼ਾਂ ਤੋਂ ਪ੍ਰੇਰਿਤ ਹੋ ਕੇ ਕੁਝ ਕਰਨ ਵੀ ਲੱਗ ਜਾਂਦੇ ਹਾਂ। ਕਈ ਚੀਜ਼ਾਂ ਨੂੰ ਅਸੀਂ ਨਕਾਰ ਦਿੰਦੇ ਹਾਂ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਤਾਂ ਵਿਦੇਸ਼ 'ਚ ਬੈਠੇ ਪੰਜਾਬੀ, ਪੰਜਾਬ ਦੇ ਨਾਲ ਮੋਹ ਰੱਖਣ ਵਾਲੇ ਲੋਕ ਹਮੇਸ਼ਾ ਅੱਗੇ ਆਉਂਦੇ ਨੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਕਿਹੜੇ ਤਰੀਕੇ ਦੇ ਨਾਲ ਆਪਣੀ ਉਸ ਧਰਤੀ ਦੇ ਉੱਤੇ ਜਾ ਕੇ ਸੇਵਾ ਕਰੀਏ। ਅੱਜ ਦੁਨੀਆ ਦੇ ਵਿੱਚ ਕੋਈ ਆਪਦਾ ਆਵੇ, ਪੰਜਾਬੀ ਪਹੁੰਚ ਜਾਂਦੇ ਨੇ। ਪੰਜਾਬੀਆਂ ਦੀ ਪਛਾਣ ਬਣੀ ਹੋਈ ਆ ਕਿ ਇਹ ਔਖੇ ਵੇਲੇ ਜਾ ਕੇ ਖੜ੍ਹਦੇ ਨੇ। ਪਰ ਇੱਕ ਚੀਜ਼ ਅਸੀਂ ਵਿਚਾਰੀਏ ਹੁਣ, ਉਹ ਇਹ ਕਿ ਪੰਜਾਬ ਦੇ ਵਿੱਚ ਭੁੱਖਮਰੀ ਜਿਹੜੀ ਅਸੀਂ ਕਹਿੰਦੇ ਆ ਨਾ ਕਿ ਲੋੜਵੰਦਾਂ ਦੀ ਸੇਵਾ ਕੀਤੀ ਆ, ਕਿਸੇ ਦੇ ਘਰ ਰਾਸ਼ਨ ਨਹੀਂ, ਉਹ ਸਭ ਕੁਝ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਹੋ ਰਿਹਾ। ਪਰ ਪੰਜਾਬ ਦੇ ਲੋਕ ਅੱਜ ਬਿਮਾਰੀਆਂ ਦੇ ਨਾਲ ਜਕੜੇ ਜਾ ਚੁੱਕੇ ਨੇ। ਹਰ ਇੱਕ ਘਰ ਦੇ ਵਿੱਚ ਕੈਂਸਰ ਨੇ ਪਹੁੰਚ ਕਰ ਲਈ ਆ। ਦਹਾਕਾ ਪਹਿਲਾਂ ਜਿਹੜਾ ਇੱਕ ਇੱਦਾਂ ਲੱਗਦਾ ਹੁੰਦਾ ਸੀ ਕੈਂਸਰ ਕੀ ਪਤਾ ਨਹੀਂ ਕਿਸੇ ਟਾਵੇਂ ਨੂੰ ਹੁੰਦਾ ਆ, ਪਰ ਹੁਣ ਪੰਜਾਬ ਦੇ ਵਿੱਚ ਆਮ ਜੀ ਗੱਲ ਹੋ ਗਈ। ਕੈਂਸਰ ਤੋਂ ਡਰ ਵੀ ਨਹੀਂ ਲੱਗਦਾ ਹੁਣ, ਕਿਉਂਕਿ ਇਹ ਚੀਜ਼ ਹਰ ਕਿਸੇ ਨੂੰ ਸੁਣੀ ਲੱਗਦੀ ਆ। ਪਰ ਇਸ ਦੇ ਜਿਹੜੇ ਨਤੀਜੇ ਨੇ ਉਹ ਬੇਹੱਦ ਖਤਰਨਾਕ ਨੇ। ਕੈਂਸਰ ਨਾਲ ਮੌਤਾਂ ਦਿਨ ਬ ਦਿਨ ਵੱਧ ਰਹੀਆਂ ਨੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰਨੈਸ ਸਾਡੇ ਲੋਕਾਂ 'ਚ ਬਹੁਤ ਜ਼ਿਆਦਾ ਘੱਟ ਆ ਕਿ ਕਿਹੜੀਆਂ ਚੀਜ਼ਾਂ, ਕਿਹੜੇ ਤਰੀਕੇ ਅਪਣਾ ਕੇ ਅਸੀਂ ਆਪਣੇ ਆਪ ਦੀ ਸੁਰੱਖਿਆ ਕਰ ਸਕਦੇ ਹਾਂ, ਸਮਾਜ ਦੇ ਵਿੱਚ ਲੋਕਾਂ ਦੀ ਮਦਦ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਹਰ ਚੀਜ਼ ਪੈਸੇ ਨਾਲ ਹੀ ਸੰਭਵ ਹੋਵੇ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਤੁਸੀਂ ਚੰਗੇ ਕੰਮ
ਜਾਣਕਾਰੀ ਦੀ ਆਦਾਨ ਪ੍ਰਦਾਨ ਕਰਕੇ ਵੀ ਜਿਹੜਾ ਆ ਉਹ ਕਰ ਸਕਦੇ ਹੋ। ਸੋ ਇਸੇ ਵਿਸ਼ੇ ਦੇ ਉੱਤੇ ਅੱਜ ਗੱਲ ਕਰਨੀ ਆ। ਮੈਚ ਫॉर ਮੈਰੋ ਆਮ ਤੌਰ ਦੇ ਉੱਤੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇਹ ਚੀਜ਼ ਨੂੰ ਸੁਣਿਆ ਹੋਊਗਾ, ਪਰ ਡਿਟੇਲ ਦੇ ਵਿੱਚ ਨਹੀਂ ਜਾਣਦੇ ਕਾਹਦੇ ਲਈ ਆ, ਕੀ ਫਾਇਦਾ, ਸਾਨੂੰ ਇਹਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਚਾਹੀਦਾ ਨਹੀਂ ਚਾਹੀਦਾ। ਸੋ ਸਾਰੀਆਂ ਤਮਾਮ ਗੱਲਾਂ ਬਾਤਾਂ ਕਰਾਂਗੇ ਕਿ ਇਹ ਸਾਰਾ ਕੁਝ ਹੈ ਕੀ। ਭੈਣ ਸਿੰਮੀ ਵਿਰਕ ਮੇਰੇ ਨਾਲ ਨੇ, ਪਹਿਲਾਂ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਚ ਫॉर ਮੈਰੋ ਤੋਂ ਸ਼ੁਰੂ ਕਰਾਂਗੇ। ਮਤਲਬ ਇਹਦੇ 'ਚ ਇਹ ਹੈ ਕੀ, ਹੈ ਨਾ, ਆਮ ਬੰਦਾ ਸਮਝੂਗਾ ਕਿ ਇਹ ਕੋਈ ਤੁਸੀਂ ਮੁਹਿੰਮ ਚਲਾ ਰਹੇ ਹੋ, ਇਹ ਪਰਟੀਕੂਲਰਲੀ ਕਿਹੜੇ ਲੋਕਾਂ ਨੂੰ ਟਾਰਗੇਟ ਕਰਦੀ ਆ, ਜਾਂ ਕਿਹੜੀ ਬਿਮਾਰੀ ਦੇ ਵਿੱਚ ਇਸ ਚੀਜ਼ ਦਾ ਜਿਹੜਾ ਆ ਉਹ ਲਾਹਾ ਲਿਆ ਜਾ ਸਕਦਾ ਜੇ ਲੋਕ ਅਵੇਅਰ ਹੁੰਦੇ ਨੇ। ਹਾਂਜੀ, ਮੈਚ ਫॉर ਮੈਰੋ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੀ, ਜਿਹੜੀ ਸਿਰਫ ਬੋਨ ਮੈਰੋ ਸਟੈਮ ਸੈੱਲ ਆਪਾਂ ਕਹਿੰਦੇ ਆ ਜਿਹਨੂੰ, ਜਾਂ ਆਪਾਂ ਬੋਨ ਮੈਰੋ ਕਹਿੰਦੇ ਆ, ਉਹਨਾਂ ਨੂੰ ਰਜਿਸਟਰ ਕਰਨ 'ਤੇ ਹੀ ਇੱਕ ਕੰਮ ਕਰਦੀ ਹੈ। ਕਿ ਆਪਾਂ ਉੱਥੇ ਜਿਵੇਂ ਕੈਨੇਡਾ 'ਚ ਆਪਾਂ ਅੰਡਰ ਦਾ ਕੈਨੇਡੀਅਨ ਬਲੱਡ ਸਰਵਿਸਿਜ਼, ਆਪਾਂ ਜਿਹੜੇ ਆਪਣੇ ਸਾਊਥ ਏਸ਼ੀਅਨ ਲੋਕ ਨੇ ਉਹਨਾਂ ਨੂੰ ਰਜਿਸਟਰ ਕਰਦੇ ਆ, ਉਹਨਾਂ ਨੂੰ ਐਜੂਕੇਟ ਕਰਦੇ ਆ ਕਿ ਅੱਗੇ ਆਉਣ ਅਤੇ ਆਪਣੇ ਆਪ ਨੂੰ ਐਜ਼ ਬੋਨ ਮੈਰੋ ਡੋਨਰ ਰਜਿਸਟਰ ਕਰਨ। ਬੋਨ ਮੈਰੋ ਡੋਨੇਟ ਕਰਨਾ, ਇਹਦੇ ਬਾਰੇ ਸਮਝਾਓ ਸੌਖਾ ਜਿਹਾ, ਹੈ ਨਾ, ਕਿਉਂਕਿ ਇਹ ਸ਼ਬਦ ਵੀ ਬਹੁਤ ਲੋਕਾਂ ਨੇ ਨਹੀਂ ਸੁਣਿਆ ਕਦੇ। ਹਾਂਜੀ, ਜਿਹੜਾ ਬੋਨ ਮੈਰੋ ਹੈ ਨਾ ਜੀ, ਇਹਦਾ ਆਪਣੇ ਲੋਕ ਇੱਕ ਮਿੱਥ ਹੈ ਆਪਣੇ ਲੋਕਾਂ 'ਚ, ਔਰ ਡਰ ਜਾਂਦੇ ਆ। ਬੋਨ ਮੈਰੋ ਦਾ ਨਾਮ ਸੁਣ ਕੇ ਲੋਕ ਇਹ ਸੋਚ ਲੈਂਦੇ ਆ, ਡਰ ਜਾਂਦੇ ਨੇ ਕਿ ਸ਼ਾਇਦ ਸਾਡੀ ਹੱਡੀਆਂ ਦੇ ਵਿੱਚੋਂ ਕੁਝ ਕੱਢਿਆ ਜਾਊਗਾ, ਕਿ ਬੋਨ ਜਿਹੜੀ ਹੈ ਨਾ ਸਾਡੇ ਵੀ ਹੱਡੀਆਂ ਦੇ ਵਿੱਚੋਂ ਕੁਝ ਕੱਢ ਲੈਣਗੇ। ਬਟ ਮੈਂ ਇੱਥੇ ਹੀ ਲੋਕਾਂ ਨੂੰ ਐਜੂਕੇਟ ਕਰਨ 'ਤੇ ਲੱਗੀ ਹੋਈ ਹਾਂ ਕਿ ਆਹ ਹੱਡੀਆਂ ਦੇ ਵਿੱਚੋਂ ਤੁਹਾਡੀ ਕੁਛ ਨਹੀਂ ਕੱਢਿਆ ਜਾਣਾ, ਨਾ ਹੀ ਤੁਹਾਨੂੰ ਕੋਈ ਇੱਦਾਂ ਦੀ ਸਰਜਰੀ ਹੋਣੀ ਹੈ, ਨਾ ਕੁਛ ਹੋਣੀ ਹੈ। ਇਹ ਬਹੁਤ ਇੱਕ ਸਿੰਪਲ ਜਿਹਾ ਪ੍ਰੋਸੀਜਰ ਹੈ। ਅੱਜ ਕੱਲ੍ਹ ਬਹੁਤ ਨੇ, ਮੈਂ ਦੇਖਿਆ, ਹੁਣ ਮੈਂ ਇੱਥੇ ਜਿਵੇਂ PGI 'ਚ ਵੀ ਜਾ ਰਹੀ ਹਾਂ ਬਾਰ-ਬਾਰ, ਤਾਂ ਮੈਂ ਦੇਖ ਰਹੀ ਹਾਂ ਬਹੁਤ ਜਿਹੜੇ ਯੰਗਸਟਰ ਨੇ ਬਲੱਡ ਡੋਨੇਟ ਕਰਦੇ ਨੇ ਜਾਂ ਪਲੇਟਲੈਟਸ ਡੋਨੇਟ ਕਰਨ ਆਉਂਦੇ ਨੇ। ਸੋ ਇਸ ਸੇਮ ਜਿਵੇਂ ਪਲੇਟਲੈਟਸ ਆਪਾਂ ਡੋਨੇਟ ਕਰਦੇ ਹਾਂ, ਉਵੇਂ ਦਾ ਹੀ ਪ੍ਰੋਸੀਜਰ ਹੈ। ਸਿਰਫ ਇੱਕ ਮਿੱਥ ਜਿਹੜੀ ਆਪਣੇ ਦਿਮਾਗ 'ਚ ਹੈਗੀ ਆ ਉਹਦੇ ਕਰਕੇ, ਜਾਂ ਆਪਾਂ ਨੂੰ ਐਜੂਕੇਸ਼ਨ ਨਹੀਂ ਹੈ ਵੀ ਬੋਨ ਮੈਰੋ ਕੀ ਚੀਜ਼ ਹੈ, ਕਿਵੇਂ ਕੰਮ ਕਰਦੀ ਹੈ, ਕਿਸ ਚੀਜ਼ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਕਿੱਦਾਂ ਇਹ ਆਪਾਂ ਰਿਕਵਰੀ ਕਰ ਸਕਦੇ ਹਾਂ। ਇੱਕ ਕੈਂਸਰ ਪੇਸ਼ੈਂਟ ਨੂੰ ਆਪਾਂ ਨਵੀਂ, ਜਿਵੇਂ ਆਪਾਂ ਸੈਕਿੰਡ ਲਾਈਫ ਦੇ ਸਕਦੇ ਹਾਂ ਜੇ ਆਪਾਂ ਕਿਸੇ ਨਾਲ ਮੈਚ ਹੋ ਜਾਈਏ ਅਤੇ ਆਪਣਾ ਬੋਨ ਮੈਰੋ ਉਹਨਾਂ ਨੂੰ ਡੋਨੇਟ ਕਰ ਦਈਏ। ਜਿਵੇਂ ਨਾ ਤੁਸੀਂ ਨੇ ਕਿਹਾ ਪਲੇਟਲੈਟਸ ਵਾਲਾ ਪ੍ਰੋਸੈਸ ਆ, ਇੰਨਾ ਕੁ ਤਾਂ ਲੋਕ ਵੀ ਜਾਣਦੇ ਨੇ ਹੁਣ, ਕਿਉਂਕਿ ਡੇਂਗੂ ਦੀ ਜਿਹੜੀ ਬਿਮਾਰੀ ਆ ਉਹਦੇ ਵਿੱਚ ਕਹਿੰਦੇ ਜਦੋਂ ਸੈੱਲ ਘਟਦੇ ਨੇ, ਹੈ ਨਾ, ਫਿਰ ਪਲੇਟਲੈਟ ਦੇਣੇ ਪੈਂਦੇ ਨੇ। ਉਹ ਪ੍ਰੋਸੈਸ ਤੋਂ ਸਾਰੇ, ਹੈ ਨਾ, ਵਾਕਿਫ ਨੇ। ਬੋਨ ਮੈਰੋ ਦੇ ਵਿੱਚੋਂ ਮਤਲਬ ਜਿਹੜਾ ਆਪਾਂ ਤੁਸੀਂ ਕਹਿ ਰਹੇ ਹੋ ਕਿ ਕੈਂਸਰ ਦਾ ਟਰੀਟਮੈਂਟ ਆ, ਉਹ ਕਿਵੇਂ ਹੁੰਦਾ? ਬੋਨ ਮੈਰੋ ਜੀ, ਇੱਕ ਤਾਂ ਮੈਂ ਇੱਥੇ ਵੀ ਦੱਸੂਗੀ ਸਾਰਿਆਂ ਨੂੰ ਕਿ ਇਟਸ ਨਾਟ ਈਜ਼ੀ ਮੈਚ। ਇਹ ਐਵੇਂ ਨਹੀਂ ਹੈ ਵੀ ਇਹ ਕਿਸੇ ਨਾਲ ਵੀ ਮੈਚ ਕਰ ਜੂਗਾ। ਇਹਦੇ 'ਚ ਬਲੱਡ ਗਰੁੱਪ ਦਾ ਕੋਈ ਲੈਣਾ ਦੇਣਾ ਨਹੀਂ। ਇਹਦੇ 'ਚ ਤੁਹਾਡਾ ਇੱਕ ਜਿਹੜੀ ਕੈਂਸਰ ਪੇਸ਼ੈਂਟ ਆ ਉਹਦੀ HLA ਰਿਪੋਰਟ ਹੁੰਦੀ ਹੈ, DNA ਟਾਈਪ, ਉਹ ਤੁਹਾਡੀ ਮੈਚ ਹੁੰਦੀ ਹੈ। ਜੇ ਉਹ ਤੁਹਾਡੀ ਮੈਚ 100% ਹੁੰਦੀ ਹੈ, ਕਈ ਵਾਰੀ 8% ਹੋ ਗਈ, 9% ਜਾਂ ਫਿਰ 10%। ਜੇ 10% ਹੋਵੇ ਤਾਂ ਮੀਨਜ਼ ਵੈਰੀ ਗੁੱਡ ਮੈਚ, ਮਤਲਬ ਪਰਫੈਕਟ ਮੈਚ ਹੈ। ਬਟ ਜੇ ਤੁਹਾਡੀ 7-8% ਵੀ ਹੈ ਤਾਂ ਵੀ ਤੁਸੀਂ ਲਾਈਕ ਡੋਨੇਟ ਕਰੋ, ਤਾਂ ਮਤਲਬ ਕੈਂਸਰ ਪੇਸ਼ੈਂਟ ਦੀ ਜਿਹੜੀ ਰਿਕਵਰੀ ਰੇਟ ਹੈ ਆਲਮੋਸਟ 90% ਲਾਈਕ ਉਹ ਰਿਕਵਰ ਹੋ ਸਕਦਾ ਹੈ। ਪਰ ਇਹ ਨਹੀਂ ਹੈਗਾ ਵੀ 50% ਜਿਹੜਾ ਉਹ ਥੋੜ੍ਹਾ ਜਿਹਾ ਔਖਾ ਆ, ਬਟ 8-9% ਜਾਂ 10% ਤੱਕ ਜਿਹੜਾ ਸਕਸੈਸਫੁਲ ਰੇਟ ਹੈਗਾ ਬੋਨ ਮੈਰੋ ਦਾ। ਬਟ ਬੋਨ ਮੈਰੋ ਜਿਹੜੀ ਹੈਗੀ ਹੈ, ਇਹ ਜਦੋਂ ਤੁਸੀਂ ਡੋਨੇਟ ਕਰਨੀ ਹੈ, ਪਲੇਟਲੈਟਸ ਦੀ ਤਰ੍ਹਾਂ ਹੀ ਡੋਨੇਟ ਕਰਨੀ ਹੈ। ਇਹਦੇ 'ਚ ਸਿਰਫ ਜਿਹੜੀ ਹੈ ਜੀ ਐਜੂਕੇਸ਼ਨ ਘੱਟ ਹੈ, ਅਤੇ ਇੱਕ ਆਪਣੇ ਇੱਥੇ ਕੋਈ ਲੈਬ ਨਹੀਂ ਹੈ ਪੰਜਾਬ ਦੇ ਵਿੱਚ, ਕੋਈ ਵੀ ਇੱਦਾਂ ਦੀ ਇੰਡੀਆ ਦੇ ਵਿੱਚ ਫ੍ਰੀ ਲੈਬ ਹੀ ਨਹੀਂ ਹੈ ਕੋਈ। ਜਿਵੇਂ ਸਾਡੇ ਅੰਡਰ ਦਾ ਕੈਨੇਡੀਅਨ ਬਲੱਡ ਸਰਵਿਸਿਜ਼ ਆਪਾਂ ਕਿੱਟ ਆਰਡਰ ਕਰਦੇ ਹਾਂ, ਫ੍ਰੀ 'ਚ ਆਪਾਂ ਰਜਿਸਟਰ ਹੁੰਦੇ ਹਾਂ। ਇੱਥੇ ਥੋੜ੍ਹੀ ਛੋਟੀ ਕੋਈ ਆਰਗੇਨਾਈਜੇਸ਼ਨ ਨੇ, ਜੀਨ ਬੰਦ ਹੋ ਗਈ ਔਰ ਇੱਕ ਦਾਤਰੀ ਆ, ਪਰ ਉਹ ਪ੍ਰਾਈਵੇਟ ਆਰਗੇਨਾਈਜੇਸ਼ਨ ਨੇ, ਉਹਨਾਂ 'ਚ ਜਾਂ ਤਾਂ ਥੋੜ੍ਹੇ ਪੈਸੇ ਦੇ ਕੇ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਸੋ ਇੱਥੇ ਸਾਡੀ ਸਾਊਥ ਏਸ਼ੀਅਨ ਜਿਹੜੀ ਬੋਨ ਮੈਰੋ ਰਜਿਸਟਰ ਹੈ 5% 'ਤੇ ਖੜੀ ਹੈ ਅੱਜ ਵੀ, ਕਿ ਜਦੋਂ ਕਿ ਸਾਡੀ ਪਾਪੂਲੇਸ਼ਨ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਕਿ 5% ਇੱਕ ਤਰ੍ਹਾਂ ਤੋਂ 0 'ਤੇ ਹੀ ਆ ਜਾਂਦੀ ਹੈ। ਔਰ ਇਹ ਮੈਚ ਜਿਹੜਾ ਰੇਅਰ ਹੁੰਦਾ, 1 ਲੱਖ ਪਿੱਛੇ ਇੱਕ ਬੰਦੇ ਦਾ ਮੈਚ ਹੁੰਦਾ, 1 in a million ਮੈਚ ਆਪਾਂ ਬੋਲਦੇ ਹਾਂ ਬੋਨ ਮੈਰੋ। ਇਟਸ ਨਾਟ ਕਿ ਵੀ ਹਾਂ ਤੁਸੀਂ ਕਿਸੇ ਨਾਲ ਵੀ ਐਵੇਂ ਮੈਚ ਕਰ ਜਾਂਦੇ ਹੋ ਬੋਨ ਮੈਰੋ। ਫਿਰ ਹੈ ਨਾ, ਇਹੀ ਗੱਲ ਆਉਂਦੀ ਹੈ ਵੀ ਫਿਰ ਜੇ ਇੰਨਾ ਔਖਾ ਮੈਚ ਹੁੰਦਾ, ਫਿਰ ਪਤਾ ਨਹੀਂ ਕਿੰਨੇ ਲੱਖ ਟੈਸਟ ਕਰਨੇ ਪੈਂਦੇ ਹੋਣਗੇ, ਕਿੰਨੇ ਲੋਕਾਂ ਨੂੰ ਜਿਹੜਾ ਆ ਇਸ ਜਾਂਚ 'ਚੋਂ ਲੰਘਣਾ ਪਊਗਾ। ਤੁਸੀਂ ਕਹਿ ਰਹੇ ਹੋ ਲੈਬ ਹੈ ਨਹੀਂ, ਫਿਰ ਇਹ ਪੋਸੀਬਲ ਕਿਵੇਂ ਹੁੰਦਾ ਸਾਰਾ ਕੁਛ?
ਜਦੋਂ ਤਾਂ ਜੀ ਸਾਨੂੰ ਜਿਵੇਂ ਮੈਚ ਫॉर ਮੈਰੋ ਨੂੰ ਸਾਨੂੰ ਕਦੀ ਵੀ ਕਿਸੇ ਨੇ ਜਦੋਂ ਪਹੁੰਚ ਕਰਦੇ ਆ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਉਹਨਾਂ ਨੂੰ ਆਰਗੇਨਾਈਜੇਸ਼ਨ ਨਾਲ ਉਹਨਾਂ ਦੀ ਜਿਹੜੀ ਐਚਐਲਏ ਰਿਪੋਰਟ ਦੇ ਕੇ, ਜਿਵੇਂ ਹੁਣ ਵੀ ਮੈਨੂੰ 2-3 ਐਚਐਲਏ ਰਿਪੋਰਟ ਮਿਲੀਆਂ, ਮੈਂ ਜੀਨ ਬੰਦੂ ਨੂੰ ਦਿੱਤੀ ਜਾਂ ਦਾਤਰੀ ਨੂੰ ਦਿੱਤੀ, ਜਾਂ ਅਸੀਂ ਆਪਣਾ ਮੈਚ ਫॉर ਮੈਰੋ ਦੇ ਅੰਡਰ ਅਸੀਂ ਇਹ ਚੈੱਕ ਕਰਵਾਉਂਦੇ ਆ ਕਿ ਹਾਂ ਬਈ ਜੇ ਇਹਦਾ ਕਿਤੇ ਉਹਨਾਂ ਦੀ ਮਤਲਬ ਬਈ ਜਿਹੜੀ ਰਜਿਸਟ੍ਰੇਸ਼ਨ ਹੈ ਵਰਲਡ ਵਾਈਡ ਹੈ, ਇਹ ਵੀ ਮੈਂ ਇੱਥੇ ਦੱਸੂਗੀ। ਸੋ ਵਰਲਡ ਵਾਈਡ ਰਜਿਸਟ੍ਰੇਸ਼ਨ ਹੋਣ ਕਰਕੇ ਜਦੋਂ ਆਪਾਂ ਮੈਚ ਚੈੱਕ ਕਰਦੇ ਆ ਤਾਂ ਕਈ ਵਾਰੀ ਇਹ ਜ਼ਰੂਰੀ ਨਹੀਂ ਕਿਸੇ ਹੋਰ ਨਾਲ ਵੀ ਮੈਚ ਹੋ ਜਾਂਦੇ। ਜਿਵੇਂ ਹੁਣ ਕੈਨੇਡਾ ਦੀ ਸਾਡੀ ਬਰੈਂਪਟਨ ਦੀਆਂ 2 ਕੁੜੀਆਂ ਨੇ, ਆਪਣੀ ਇੰਡੀਅਨ ਪੰਜਾਬੀ, ਉਹਨਾਂ ਦੋਨਾਂ ਦਾ ਜਿਹੜਾ ਮੈਚ ਹੈ ਉਹ ਜਰਮਨੀ 'ਚ ਮਿਲਿਆ ਸੀ, ਔਰ ਉਹ ਦੋਨੋਂ ਹੀ, ਇੱਕ ਤਾਂ 6ਵੀਂ ਕਲਾਸ 'ਚ ਸੀਗੀ ਜਦੋਂ ਉਹਨੂੰ ਬੋਨ ਮੈਰੋ ਹੋਇਆ ਸੀ, ਇੱਕ ਕੁੜੀ ਯੂਨੀਵਰਸਿਟੀ 'ਚ ਸੀਗੀ। ਦੋਨੋਂ ਹੀ ਅੱਜ ਦੀ ਡੇਟ 'ਚ ਬਿਲਕੁਲ ਹੈਲਦੀ ਵਧੀਆ ਲਾਈਫ ਜੀ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਡੋਨਰ ਮਿਲ ਗਏ ਸੀਗੇ ਅਤੇ ਉਹਨਾਂ ਦਾ ਟਰਾਂਸਪਲਾਂਟ ਹੋ ਗਿਆ ਅਤੇ ਅੱਜ ਦੀ ਡੇਟ 'ਚੋਂ ਕੈਂਸਰ ਫਰੀ ਨੇ ਅਤੇ ਆਪ ਦੀ ਵਧੀਆ ਇੱਕ ਲਾਈਫ ਜੀ ਰਹੀ ਹੈ। ਜਿਹੜੀ ਗ੍ਰੇਡ 6 ਸੀ ਅੱਜ ਇਸ ਸਾਲ ਯੂਨੀਵਰਸਿਟੀ ਗਈ ਹੈ ਅਤੇ ਦੂਜੀ ਕੁੜੀ ਜਿਹੜੀ ਆ ਉੱਥੇ ਇੱਕ ਵਧੀਆ ਜੋਬ ਕਰ ਰਹੀ ਹੈ। ਇੱਥੇ ਇਹ ਚੀਜ਼ ਵੀ ਆਉਂਦੀ ਆ ਨਾ ਕਿ ਦੇਖੋ ਜਿਹੜਾ ਬੰਦਾ ਤਾਂ ਤਕਲੀਫ 'ਚ ਆ ਉਹ ਤਾਂ ਭੱਜ ਨੱਠ ਕਰੂਗਾ, ਹੈ ਨਾ, ਉਹਨੂੰ ਤਾਂ ਜ਼ਰੂਰਤ ਆ, ਉਹਨੇ ਤਾਂ ਆਪਣੇ ਕਿਸੇ ਜੀਅ ਨੂੰ ਬਚਾਉਣਾ ਜਾਂ ਖੁਦ ਨੂੰ ਬਚਾਉਣਾ। ਹੁਣ ਉਹਦੀ ਮਦਦ ਉਹ ਬੰਦਾ ਕਰ ਸਕਦਾ ਜਿਹਨੂੰ ਕੋਈ ਦਿੱਕਤ ਨਹੀਂ, ਉਹ ਬਿਲਕੁਲ ਆਪਣਾ ਵਧੀਆ ਜੀਵਨ ਬਤੀਤ ਕਰ ਰਿਹਾ, ਮਤਲਬ ਇੱਥੇ ਫਰਜ਼ ਉਹਦਾ ਬਣ ਜਾਂਦਾ ਫਿਰ ਵੀ ਉਹ ਖੁਦ ਨੂੰ ਰਜਿਸਟਰ ਕਰਾ ਕੇ ਆਪਣਾ ਜਿਹੜਾ ਮੈਚ ਹੈ ਨਾ ਉਸ ਬੰਦੇ ਨੂੰ ਆਪਣਾ ਮੈਚ ਕਰਵਾਉਣਾ ਪਊਗਾ, ਉਹਨੂੰ ਰਜਿਸਟਰ ਕਰਵਾਉਣਾ ਪਊਗਾ। ਹਾਂਜੀ ਬਿਲਕੁਲ, ਇਹ ਇੱਕ ਆਪਣਾ ਚਾਹੇ ਆਪਾਂ ਇੰਡੀਅਨ ਸਿਟੀਜ਼ਨ ਕਹਿ ਲਓ ਜਾਂ ਕੈਨੇਡੀਅਨ ਸਿਟੀਜ਼ਨ, ਕੋਈ ਵੀ ਸਿਟੀਜ਼ਨ ਇੱਕ ਐਜ਼ ਏ ਬੀਇੰਗ ਗੁੱਡ ਹਿਊਮਨ ਬੀਇੰਗ ਹੈ ਨਾ, ਐਜ਼ ਗੁੱਡ ਹਿਊਮੈਨਿਟੀ ਜੇ ਤੁਹਾਡੇ 'ਚ ਹੈਗੀ ਹੈ ਤਾਂ ਤੁਹਾਡਾ ਆਪਣੀ ਰਿਸਪੋਂਸੀਬਿਲਿਟੀ ਵੀ ਬਣਦੀ ਹੈ ਕਿ ਜੇ ਆਪਾਂ ਰਜਿਸਟਰ ਕਰਾ ਲਈਏ ਆਪਣੇ ਆਪ ਨੂੰ, ਜੇ ਆਪਾਂ ਨੂੰ ਕਿਤੋਂ ਵੀ ਪਤਾ ਲੱਗਦਾ ਆਪਾਂ ਉਸ ਅੰਡਰ ਦਾ ਜਿਹੜੀ ਵੀ ਆਰਗੇਨਾਈਜੇਸ਼ਨ ਉਹਦੇ ਅੰਡਰ ਜਾ ਕੇ ਆਪਾਂ ਆਪਣੇ ਆਪ ਨੂੰ ਰਜਿਸਟਰ ਕਰਵਾਈਏ ਆਪਣੀ ਰਿਸਪੋਂਸੀਬਿਲਿਟੀ ਸਮਝ ਕੇ। ਕਿਉਂਕਿ ਪੰਜਾਬ 'ਚ ਤਾਂ ਮੈਂ ਇਹੀ ਕਹੂੰਗੀ ਕਿ ਆਉਣ ਵਾਲਾ ਟਾਈਮ ਪਤਾ ਹੀ ਨਹੀਂ, ਅੱਜ ਹਰ ਦੂਜੇ ਘਰ 'ਚ ਕੈਂਸਰ ਹੈ ਅਤੇ ਮੇਰੇ ਖਿਆਲ ਆਉਣ ਵਾਲੇ ਟਾਈਮ 'ਚ ਹਰ ਘਰ 'ਚ ਇੱਕ ਕੈਂਸਰ ਪੇਸ਼ੈਂਟ ਹੋਊਗਾ। ਮੈਂ ਨਹੀਂ ਕਹਿੰਦੀ ਪਰਮਾਤਮਾ ਇੱਦਾਂ ਕਰੇ, ਪਰ ਮੈਂ ਇੱਥੇ 4-5 ਮਹੀਨੇ 'ਚ ਜੋ ਹਾਲਾਤ ਦੇਖੇ ਆ ਕਿ ਇੱਥੇ ਆਉਣ ਵਾਲੇ ਟਾਈਮ 'ਚ ਹਰ ਘਰ 'ਚ ਇੱਕ ਕੈਂਸਰ ਪੇਸ਼ੈਂਟ ਹੋਊਗਾ। ਜਿਹੜਾ ਗਰੀਬ ਹੈ ਉਹਦਾ ਕੇਸ ਬਾਹਰ ਆ ਜਾਂਦਾ ਜੀ, ਅਮੀਰ ਜਿਹੜਾ ਆਪਣਾ ਟਰੀਟਮੈਂਟ ਕਰਾ ਕੇ ਨਹੀਂ ਬੋਲਦਾ, ਬਸ ਗੱਲ ਇੰਨੀ ਕੁ ਹੈ। ਅਤੇ ਗਰੀਬ ਨੂੰ ਔਖੇ ਹੋਣਾ ਪੈਂਦਾ, ਅਮੀਰ ਨੂੰ ਮੈਚ ਵੀ ਛੇਤੀ ਮਿਲ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਪਹੁੰਚ ਵੀ ਹੁੰਦੀ ਹੈ, ਪੈਸਾ ਵੀ ਹੁੰਦਾ ਟਰਾਂਸਪਲਾਂਟ ਲਈ, ਅਤੇ ਡਾਕਟਰਸ ਵੀ ਉਹਨਾਂ ਨੂੰ ਗਾਈਡ ਪ੍ਰੋਪਰ ਕਰਦੇ ਆ। ਇੱਥੇ ਡਾਕਟਰ ਵੀ ਗਾਈਡ ਨਹੀਂ ਕਰਦੇ ਪ੍ਰੋਪਰ। ਮੈਂ ਇਹ ਵੀ ਦੱਸੂੰਗੀ ਕਿ ਡਾਕਟਰਾਂ ਕੋਲ ਜਾਂ ਤਾਂ ਟਾਈਮ ਨਹੀਂ ਹੈ ਜਾਂ ਉਹਨਾਂ ਕੋਲ ਟਰਾਂਸਪਲਾਂਟ ਕਰਦੇ ਨਹੀਂ ਉਹ, ਇਸ ਕਰਕੇ ਉਹ ਗਾਈਡ ਹੀ ਨਹੀਂ ਪ੍ਰੋਪਰ ਕਰਦੇ ਕਿ ਵੀ ਭਾਈ ਤੁਹਾਡੇ ਬੱਚੇ ਨੂੰ ਇੱਦਾਂ ਕਰਕੇ ਬੋਨ ਮੈਰੋ ਜਿਹੜਾ ਆਪਾਂ ਮੈਚ ਕਰ ਸਕਦੇ ਹਾਂ। ਕਿਉਂਕਿ ਪਹਿਲਾਂ ਤੁਹਾਡੀ ਫੈਮਿਲੀ 'ਚ ਚੈੱਕ ਕਰਦੇ ਨੇ, ਪਹਿਲਾਂ ਤੁਸੀਂ ਫੈਮਿਲੀ ਚੈੱਕ ਕਰੋ, ਫੈਮਿਲੀ 'ਚ ਹੀ ਮੈਚ ਮਿਲ ਗਿਆ ਤਾਂ ਤੁਹਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ, ਫਿਰ ਤਾਂ ਤੁਸੀਂ ਆਪਣਾ ਘਰ 'ਚ ਹੀ ਟਰਾਂਸਪਲਾਂਟ ਕਰਾ ਲੈਣਾ ਹੈਗਾ ਤੁਹਾਡਾ। ਇੱਥੇ ਤਾਂ ਆਮ ਜਿਹੜਾ ਮੈਂ ਜਿੰਨਾ ਕੁ ਮੈਂ ਆਮ ਦਰਸ਼ਕ ਵੀ ਇਹਨਾਂ ਨੂੰ ਵੀ ਇੰਨੀ ਕੁ ਪਤਾ ਹੋਊਗਾ ਮੋਟੇ ਤੌਰ 'ਤੇ ਕਿ ਜੇ ਐਲੋਪੈਥੀ ਦੇ ਵਿੱਚ ਕੈਂਸਰ ਦਾ ਕੋਈ ਇਲਾਜ ਆ ਤਾਂ ਉਹ ਕੀਮੋਥੈਰੇਪੀ ਆ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇਹ ਆਮ ਲੋਕਾਂ ਦੇ ਵਿੱਚ ਜਾਂ ਇੱਥੇ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ ਨਹੀਂ ਚਰਚਾ ਦੇ ਵਿੱਚ ਹੈਗੀ ਕਿ ਤੁਸੀਂ ਸਟੈਮ ਸੈਲਸ ਰਾਹੀਂ ਵੀ ਜਿਹੜਾ ਇਹਦਾ ਇਲਾਜ ਕਰਾ ਸਕਦੇ ਹੋ। ਜਿੰਨਾ ਕਿ ਮੈਂ ਸੁਣਿਆ ਕਿ ਇਹ ਮਹਿੰਗਾ ਵੀ ਬਹੁਤ ਆ। ਹਾਂਜੀ, ਜਿਹੜਾ DMC ਲੁਧਿਆਣੇ ਆ ਮੇਰੇ ਖਿਆਲ ਉੱਥੇ ਜਿਹੜਾ ਬੋਨ ਮੈਰੋ ਟਰਾਂਸਪਲਾਂਟ ਦਾ ਖਰਚਾ ਜਿੰਨਾ ਕੁ ਮੈਨੂੰ ਹੁਣ ਪਤਾ ਉਹ 35 ਤੋਂ 40 ਲੱਖ ਹੈ, ਠੀਕ ਹੈ ਜੀ। ਅਤੇ ਜਿਹੜਾ ਉਹ ਚੈੱਕ ਕਰਦੇ ਨੇ ਮੇਰੇ ਖਿਆਲ ਉਹ ਵੀ 30 ਜਾਂ 35 ਹਜ਼ਾਰ ਦਾ ਜਿਹੜਾ ਮਤਲਬ ਫੈਮਿਲੀ ਨੂੰ ਚੈੱਕ ਕਰਦੇ ਆ ਪਰ ਪਰਸਨ ਲੈਂਦੇ ਨੇ। ਜਿਹੜੇ ਮਤਲਬ ਮੈਨੂੰ ਵੀ ਇੱਧਰੋਂ ਉੱਧਰੋਂ ਮੈਂ ਤਾਂ ਗਈ ਨਹੀਂ, ਪਰ ਮੈਨੂੰ ਵੀ ਜਿਹੜਾ ਪਤਾ ਲੱਗਿਆ ਉੱਥੋਂ ਕਿ ਆਹ ਪ੍ਰਾਈਸਿਸ ਉੱਥੇ ਨੇ। ਬਟ ਜਿਵੇਂ PGI ਤੁਸੀਂ ਆਉਂਦੇ ਹੋ ਤਾਂ PGI 'ਚ ਲੋਕਾਂ ਨੂੰ ਅਵੇਅਰਨੈਸ ਦੀ ਉਹੀ ਘਾਟ ਹੈ। ਹੁਣ ਮੈਂ 4-5 ਪੇਸ਼ੈਂਟ ਨੇ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ ਹੈ, ਜਿਨ੍ਹਾਂ ਨੂੰ ਬਲੱਡ ਚਾਹੀਦਾ ਆ, ਮੈਂ ਜਾਂਦੀ ਹਾਂ PGI 'ਚ, ਤਾਂ ਜਿਹੜਾ ਇੱਕ ਪੂਅਰ ਪੇਸ਼ੈਂਟ ਹੈ, ਹੁਣ ਬੱਚਾ ਸੀਗਾ ਇੱਕ 14 ਸਾਲ ਦਾ, ਉਹਨੂੰ ਉਹਦੀ ਭੈਣ ਨਾਲ ਹੀ ਮੈਚ ਮਿਲ ਗਿਆ। ਹੁਣ ਉਹਦਾ ਜਿਹੜਾ ਟਰਾਂਸਪਲਾਂਟ ਹੋ ਜਾਣਾ PGI 'ਚ, ਉਹ ਉਹਦੀ ਭੈਣ ਨਾਲ ਮੈਚ ਕਰਨ ਕਰਕੇ ਉਹਦਾ 10 ਕੁ ਲੱਖ ਖਰਚਾ ਆਉਣਾ। ਉਹ ਵੀ ਕੁਛ ਚੈਰਿਟੀਜ਼ ਨੇ ਜਿਹੜੀ PGI ਨਾਲ ਕੰਮ ਕਰਦੀਆਂ ਨੇ ਅਤੇ ਉਹਨਾਂ ਵੱਲੋਂ ਉਹਦਾ ਖਰਚਾ ਚੱਕਿਆ ਜਾਊਗਾ। ਬਟ ਅਗੇਨ ਉਹ ਇਕੱਲਾ ਟਰਾਂਸਪਲਾਂਟ 'ਤੇ ਨਹੀਂ ਮੁੱਕ ਜਾਣੀ ਗੱਲ ਅੱਗੇ ਆ ਜਾਣੀ ਉਹਦੀ 1 ਸਾਲ ਫਿਰ ਵੀ ਉਹਦੀਆਂ ਦਵਾਈਆਂ ਚੱਲਣੀਆਂ ਨੇ, ਉਹਦੇ ਹੋਰ ਵੀ ਉਹਦਾ 1 ਸਾਲ ਦਾ ਹੋਰ ਖਰਚਾ। ਉਹਦੇ ਲਈ ਵੀ ਜਿਵੇਂ ਹੁਣ ਮੈਂ ਉਹਨਾਂ ਲਈ GoFund ਬਣਾਇਆ ਜਾਂ ਇੱਦਾਂ ਕੋਈ ਵੀ ਜਿਵੇਂ ਆਰਗੇਨਾਈਜੇਸ਼ਨ ਅੱਗੇ ਆ ਸਕਦੀ ਹੈ, ਜਾਂ ਬੰਦਾ ਫਿਰ ਜਦੋਂ ਆਪਣੇ ਬੱਚੇ ਬਚਾਉਣ ਦੀ ਗੱਲ ਆ ਗਈ ਤਾਂ ਬੰਦਾ ਕੁਛ ਵੀ ਕਰੂਗਾ, ਭਾਵੇਂ ਆਪਣਾ ਘਰ ਵੀ ਵੇਚਣਾ ਪਵੇ। ਹੁਣ ਮੈਂ ਲੋਕਾਂ ਨੂੰ ਦੱਸੂੰਗੀ ਕਿ ਇੱਧਰ ਉੱਧਰ ਭੱਜਣ ਦੀ ਬਜਾਏ PGI 'ਚ ਥੋੜ੍ਹਾ ਜਿਹਾ ਔਖਾ ਜ਼ਰੂਰ ਹੈ, ਬਟ PGI 'ਚ ਟਰਾਂਸਪਲਾਂਟ ਕਰਦੇ ਨੇ। ਪਤਾ ਨਹੀਂ ਹੈ ਲੋਕਾਂ ਨੂੰ ਕਿ ਉੱਥੇ ਵੀ ਬੋਨ ਮੈਰੋ ਟਰਾਂਸਪਲਾਂਟ ਹੁੰਦਾ। ਉਸ ਦਿਨ ਡਾਕਟਰ ਨਾਲ ਮੇਰੀ ਗੱਲ ਹੋਈ,
400 ਟਰਾਂਸਪਲਾਂਟ ਪੀਜੀਆਈ ਨੇ ਹੁਣ ਤੱਕ ਕੀਤੇ ਨੇ ਤੇ ਉਹ ਕਹਿੰਦੇ ਕਿ ਸਾਡਾ ਸਕਸੈਸਫੁਲ ਰੇਟ ਜਿਹੜਾ ਉਹ ਵੀ ਬਹੁਤ ਵਧੀਆ ਹੈਗਾ। ਹਾਂਜੀ। ਇੱਕ ਨਾ ਸਾਡੇ ਲੋਕਾਂ ਦੇ ਵਿੱਚ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਅਵੇਅਰਨੈਸ, ਸਾਡੇ ਤਾਂ ਲੋਕ ਖੂਨਦਾਨ ਕਰਨ ਤੋਂ ਬਹੁਤ ਡਰਦੇ ਸੀਗੇ। ਹੁਣ ਜਦੋਂ ਪਤਾ ਲੱਗਿਆ ਵੀ ਕੋਈ ਨੁਕਸਾਨ ਨਹੀਂ ਹੈਗਾ, ਸ਼ਾਮ ਨੂੰ ਜਾ ਕੇ ਜੋ ਮਰਜ਼ੀ ਜਿਵੇਂ ਮਰਜ਼ੀ ਕੰਮ ਕਰ ਸਕਦੇ ਆ ਨਾ, ਖੁਰਾਕ 1-2 ਦਿਨ ਧਿਆਨ ਰੱਖੋ, ਹੁਣ ਉਹ ਚੀਜ਼ ਦੀ ਕੋਈ ਕਮੀ ਨਹੀਂ। ਬਲੱਡ ਡੋਨੇਟ ਕਰਨ ਵਾਲੇ ਬੜੀ ਛੇਤੀ ਬੜੇ ਆਰਾਮ ਦੇ ਨਾਲ ਹੁਣ ਮਿਲ ਜਾਂਦੇ ਨੇ। ਫਿਰ ਜਦੋਂ ਡੇਂਗੂ ਆਇਆ, ਪਲੇਟਲੈਟ ਦਾ ਰੌਲਾ ਪਿਆ ਤਾਂ ਬਹੁਤ ਲੋਕ ਡਰੇ ਕਿ ਪਲੇਟਲੈਟ ਘਟ ਜਾਣਗੇ, ਤੇਰੇ ਅੰਦਰ ਕਮਜ਼ੋਰੀ ਆ ਜੂਗੀ, ਤੇਰੇ ਜੇ ਘਟ ਕੇ ਫਿਰ ਹੌਲੀ ਹੌਲੀ ਉਸ ਚੀਜ਼ ਨੂੰ ਵੀ ਲੋਕਾਂ ਨੇ ਅਡੋਪਟ ਕਰ ਲਿਆ। ਲੋਕਾਂ ਨੂੰ ਲੱਗਿਆ ਕਿ ਨਹੀਂ, ਪਲੇਟਲੈਟ ਵੀ ਜਿਹੜੇ ਆ ਆਰਾਮ ਨਾਲ ਦਿੱਤੇ ਜਾ ਸਕਦੇ ਆ। ਇਹ ਜਿਹੜਾ ਬੋਨ ਮੈਰੋ ਦੇ ਵਿੱਚ ਜਿਹੜਾ ਸਟੈਮ ਸੈੱਲ ਨੂੰ ਡੋਨੇਟ ਕਰਨ ਦੀ ਪ੍ਰੋਸੈਸ ਆ, ਇਹਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਸੋਚਦੇ ਨੇ ਕਿ ਸ਼ਾਇਦ ਜਿਹੜਾ ਡੋਨੇਟ ਕਰੂਗਾ ਨਾ ਉਹਨੂੰ ਕੋਈ ਦਿੱਕਤ ਆ ਸਕਦੀ ਹੈ। ਇਹਦੇ ਬਾਰੇ ਜ਼ਰੂਰ ਸਮਝਾਓ। ਹਾਂਜੀ, ਇੱਥੇ ਮੈਂ ਆਪਣਾ ਐਗਜ਼ਾਮਪਲ ਦਿੰਦੀ ਹਾਂ। ਮੈਨੂੰ 6 ਸਾਲ ਹੋ ਚੁੱਕੇ ਨੇ ਡੋਨੇਟ ਕੀਤੇ ਹੋਏ, ਅਤੇ ਜਿੱਦਣ ਮੈਂ ਮੈਚ ਕੀਤੀ ਹਾਂ ਮੈਂ ਇੱਥੇ ਦੱਸੂੰਗੀ ਕਿ ਮੈਂ ਇਸ ਸਾਈਡ ਕਿਵੇਂ ਆਈ ਹਾਂ। ਜਿਹੜੀ ਮੈਚ ਫॉर ਮੈਰੋ ਆਰਗੇਨਾਈਜੇਸ਼ਨ ਹੈ ਜੀ, ਇਹ ਹੈਗੀ ਆ, ਇਹਨਾਂ ਦੇ ਫਾਊਂਡਰ ਨੇ ਇੰਦਰਜੀਤ ਦਿਓਲ, ਭੈਣ ਜੀ ਇੰਦਰਜੀਤ ਦਿਓਲ। ਉਹਨਾਂ ਦਾ ਬੇਟਾ 13 ਸਾਲ ਦਾ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਨੂੰ, ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਕਰਦੀ ਹਾਂ ਮੈਂ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬੇਟੇ ਨੂੰ ਕੈਂਸਰ ਹੈ, ਤਾਂ ਡਾਕਟਰ ਨੇ ਜਿਵੇਂ ਉਹਨਾਂ ਨੂੰ ਗਾਈਡ ਕੀਤਾ, ਉਹਨਾਂ ਨੇ ਫਸਟ ਕੈਂਪ ਲਾਇਆ ਸੀ ਡਿਕਸੀ ਗੁਰੂ ਘਰ ਦੇ ਵਿੱਚ, ਔਰ ਸਾਡਾ ਸਕਸੈਸਫੁਲ ਕੈਂਪ ਸੀਗਾ ਕਿ ਪਹਿਲੇ ਵਾਰੀ ਲੋਕਾਂ 'ਚ ਪਤਾ ਵੀ ਨਹੀਂ ਸੀ ਲੋਕਾਂ ਨੂੰ, ਪਰ 2500 ਲੋਕਾਂ ਨੇ ਆ ਕੇ ਉੱਥੇ ਰਜਿਸਟਰ ਕਰਵਾਇਆ। ਤਾਂ ਮੈਂ ਵੀ ਐਵੇਂ ਗੁਰਦੁਆਰਾ ਮੱਥਾ ਟੇਕਣ ਗਈ ਹੋਈ ਸੀ, ਮੈਂ ਵੀ ਬੱਚੇ ਦੀ ਫੋਟੋ ਦੇਖੀ ਤਾਂ ਮੈਂ ਕਿਹਾ ਚਲੋ ਰਜਿਸਟਰ ਕਰਾ ਲੈਂਦੀ ਹਾਂ। ਪਤਾ ਉਦੋਂ ਮੈਨੂੰ ਵੀ ਕੁਛ ਨਹੀਂ ਸੀਗਾ, ਰਜਿਸਟਰ ਕਰਾਤਾ ਅਤੇ ਸੋਚਿਆ ਕਿ ਚਲੋ ਜੇ ਮੈਂ ਹੀ ਮੈਚ ਕਰ ਗਈ ਤਾਂ ਬੱਚੇ ਦੀ ਜਾਨ ਬਚ ਜੂਗੀ। ਤਾਂ ਉਸ ਤੋਂ 3 ਸਾਲ ਬਾਅਦ ਮੈਨੂੰ ਕਾਲ ਆਈ ਸੀ ਕੈਨੇਡੀਅਨ ਬਲੱਡ ਸਰਵਿਸਿਜ਼ ਵੱਲੋਂ ਕਿ ਵੀ ਤੁਸੀਂ ਇੱਦਾਂ ਕਰਕੇ ਕਿਸੇ ਨਾਲ ਮੈਚ ਕਰਦੇ ਹੋ ਤਾਂ ਤੁਸੀਂ ਡੋਨੇਟ ਕਰੋਗੇ। ਅਤੇ ਮੈਨੂੰ ਇਹ ਵੀ ਨਹੀਂ ਯਾਦ ਸੀ ਵੀ ਮੈਂ ਕਿੱਥੇ ਰਜਿਸਟਰ ਕਰਾਇਆ। ਮੈਂ ਫਿਰ ਕਿਹਾ ਵੀ ਮੈਨੂੰ ਈਮੇਲ ਕਰ ਦਿਓ। ਮੈਂ ਸਾਰਾ ਕੁਝ ਦੇਖਿਆ, ਦੇਖ ਕੇ ਦੈਨ ਆਈ ਸੈਡ ਓਕੇ ਮੈਂ ਡੋਨੇਟ ਕਰਾਂਗੀ। ਇੱਥੇ ਤੁਹਾਡੀ ਫੈਮਿਲੀ ਸਪੋਰਟ ਵੀ ਜ਼ਰੂਰੀ ਹੁੰਦੀ ਹੈ। ਮੈਨੂੰ ਮੇਰੀ ਫੈਮਿਲੀ ਨੂੰ ਜਦੋਂ ਮੈਂ ਪੁੱਛਿਆ, ਫੈਮਿਲੀ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਤੂੰ ਦੇਖ, ਅਤੇ ਮੇਰੇ ਦਿਮਾਗ 'ਚ ਉਦੋਂ ਇਹੀ ਗੱਲ ਆਈ ਸੀ ਕਿ ਜੇ ਵਾਹਿਗੁਰੂ ਨੇ ਮੈਨੂੰ ਕਿਸੇ ਨਾਲ ਮੈਚ ਕੀਤਾ, ਇਹ ਤਾਂ ਮੈਂ ਇਹੀ ਕਹੂੰਗੀ ਕਿ ਉਦੋਂ ਇਹ ਨਾਲ ਇਹ ਸੋਚੋ ਵੀ ਪਤਾ ਨਹੀਂ ਤੁਹਾਡਾ ਕੀ ਰਿਸ਼ਤਾ, ਉੱਥੇ ਇਹ ਸੋਚੋ ਹੀ ਨਾ ਵੀ ਉਹ ਕੋਈ ਤੀਸਰਾ ਬੰਦਾ। ਮੈਨੂੰ ਤਾਂ ਹੁਣ ਤੱਕ ਵੀ ਨਹੀਂ ਪਤਾ ਮੈਂ ਕਿਹਨੂੰ ਡੋਨੇਟ ਕੀਤਾ। ਇੰਡੀਆ 'ਤੇ ਤੁਹਾਡੀ ID ਦੱਸ ਦਿੰਦੇ ਨੇ ਵੀ ਕੌਣ ਡੋਨਰ ਹੈ ਅਤੇ ਕੌਣ ਪੇਸ਼ੈਂਟ ਹੈ, ਕੈਨੇਡਾ 'ਚ ਨਹੀਂ ਦੱਸਦੇ। ਹਾਂਜੀ, ਕੈਨੇਡਾ 'ਚ 2 ਸਾਲ ਦੀ ਰਿਸਟ੍ਰਿਕਸ਼ਨ ਹੁੰਦੀ ਆ, ਨਾ ਤੁਸੀਂ ਕੋਈ ਇੰਟਰਵਿਊ ਦੇ ਸਕਦੇ ਹੋ 2 ਸਾਲ ਤੱਕ, ਨਾ ਹੀ ਤੁਸੀਂ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਕਰ ਸਕਦੇ ਹੋ, ਕਿਉਂਕਿ 2 ਸਾਲ ਜਿਹੜਾ ਪੇਸ਼ੈਂਟ ਦਾ ਰਿਕਵਰੀ ਪੀਰੀਅਡ ਹੁੰਦਾ, ਅਤੇ 2 ਸਾਲ ਦੇ ਵਿੱਚ ਤੁਹਾਡੀ ਕਦੀ ਵੀ ਦੁਬਾਰਾ ਪੇਸ਼ੈਂਟ ਨੂੰ ਲੋੜ ਪੈਂਦੀ। ਜਿਵੇਂ ਕਿ ਮੈਂ ਜਨਵਰੀ 'ਚ ਡੋਨੇਟ ਕੀਤੇ ਸੀ ਤਾਂ ਪੇਸ਼ੈਂਟ ਨੂੰ ਮੇਰੀ ਜੁਲਾਈ 'ਚ ਦੁਬਾਰਾ ਲੋੜ ਪੈ ਗਈ ਸੀ, ਮੈਨੂੰ ਦੁਬਾਰਾ ਜਾ ਕੇ ਆਪਣੇ ਸੈੱਲ ਡੋਨੇਟ ਕਰਨੇ ਪਏ ਸੀਗੇ। ਉਸ ਕਰਕੇ ਥੋੜ੍ਹੀ ਪ੍ਰਾਈਵੇਸੀ ਕਰਕੇ ਕਿ ਕੋਈ ਫਾਇਦਾ ਨਾ ਚੁੱਕੇ ਇੱਕ ਦੂਏ ਦਾ, ਉੱਥੇ ਥੋੜ੍ਹੀ IDs ਨਹੀਂ ਡਿਸਕਲੋਜ਼ ਕਰਦੇ। 2 ਸਾਲ ਬਾਅਦ ਉਹ ਕਹਿ ਦਿੰਦੇ ਆ ਕਿ ਤੁਸੀਂ ਵਲੰਟੀਅਰ ਕਰੋ ਜਾਂ ਤੁਸੀਂ ਲੋਕਾਂ ਨੂੰ ਐਜੂਕੇਟ ਕਰੋ। ਸੋ ਉਦੋਂ ਦੀ ਮੈਂ ਮੈਚ ਫॉर ਮੈਰੋ ਨਾਲ ਜੁੜੀ ਹੋਈ ਹਾਂ। ਔਰ ਭੈਣ ਜੀ ਦਾ ਬੇਟਾ ਅੱਜ 24 ਸਾਲ ਦਾ ਹੈ। 24 ਸਾਲ ਦਾ ਹੋਣ ਤੋਂ ਬਾਵਜੂਦ ਵੀ ਮਤਲਬ ਅੱਜ ਤੱਕ ਉਹਨੂੰ ਮੈਚ ਨਹੀਂ ਮਿਲਿਆ। ਅਤੇ ਜਿਹੜੇ ਲੋਕ ਇਹ ਸੋਚਦੇ ਕਿ ਅਸੀਂ ਕਿਉਂ ਕਰਨਾ, ਮੈਂ ਉਹਨਾਂ ਨੂੰ ਇੱਕ ਐਗਜ਼ਾਮਪਲ ਭੈਣ ਜੀ ਦਾ ਦਿੰਦੀ ਹੁੰਦੀ ਹਾਂ ਕਿ ਹਸਬੈਂਡ ਦੀ ਡੈਥ ਹੋ ਗਈ ਹੈ, ਉੱਥੇ ਉਹ ਇੱਕ ਵੇਅਰਹਾਊਸ 'ਚ ਜੋਬ ਕਰਦੇ ਨੇ ਨੋਰਮਲ। ਬੇਟਾ ਉਹਨਾਂ ਦਾ ਨਹੀਂ ਕੁਝ ਕਰ ਸਕਦਾ ਅਜੇ ਵੀ, ਕਿਉਂਕਿ ਵੀਕ ਆ, ਉਹਦੀ ਕੀਮੋਜ਼ ਇੰਨੀ ਹੋ ਚੁੱਕੀਆਂ ਨੇ, ਸਟਰਗਲ ਕਰ ਰਿਹਾ ਆਪਣੇ ਆਪ ਨਾਲ। ਹਜੇ ਤੱਕ ਉਹਨੂੰ ਮੈਚ ਨਹੀਂ ਮਿਲਿਆ, ਪਰ ਮੈਚ ਫॉर ਮੈਰੋ ਦੇ ਕੈਂਪ ਲਾਉਣ ਨਾਲ 25 ਲੋਕਾਂ ਨੂੰ ਮੈਚ ਮਿਲ ਚੁੱਕਿਆ, ਜਿਨ੍ਹਾਂ 'ਚੋਂ ਇੱਕ ਮੈਂ ਲੱਕੀ ਕਹਿ ਸਕਦੀ ਹਾਂ ਆਪਣੇ ਨੂੰ ਕਿ ਮੈਂ ਬਹੁਤ ਕਿਸਮਤ ਵਾਲੀ ਸਮਝਦੀ ਹਾਂ ਕਿ ਮੈਂ ਕਿਸੇ ਨਾਲ ਮੈਚ ਕੀਤੀ ਅਤੇ ਮੈਂ ਕਿਸੇ ਦੀ ਜਾਨ ਬਚਾਈ ਹੈ। ਅਤੇ ਇੱਕ ਮਤਲਬ ਨਹੀਂ ਤਾਂ ਭੈਣ ਜੀ ਵੀ ਹੁਣ ਆਪਣੇ ਹੱਥ ਸਿੱਟ ਸਕਦੇ ਵੀ ਮੈਨੂੰ ਕਿਆ ਲੋੜ ਹੈ ਕੈਂਪ ਲਾਉਣ ਦੀ, ਵੀ ਮੇਰੇ ਬੱਚੇ ਨੂੰ ਤਾਂ ਮੈਚ ਮਿਲਦਾ ਨਹੀਂ, ਮੈਂ ਨਹੀਂ ਹੁਣ ਲਾਉਣਾ। ਤਾਂ ਇੱਕ ਮੈਂ ਉਹਨਾਂ ਦਾ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਲੋਕਾਂ ਨੂੰ ਕਿ ਵੀ ਜੇ ਉਹ ਲੇਡੀ ਇੰਨੀ ਹਿੰਮਤ ਕਰਕੇ ਇੰਨੇ ਕੈਂਪ ਲਵਾਉਂਦੀ ਹੈ, ਇੰਡੀਆ ਵੀ ਆ ਕੇ ਉਹ ਬਹੁਤ ਵਿਚਾਰੇ ਧੱਕੇ ਖਾਧੇ, ਬਹੁਤ ਉਹਨਾਂ ਨੇ ਕੈਂਪ ਲਾਏ ਨੇ। ਹੁਣ ਕਿਉਂਕਿ ਥੋੜ੍ਹਾ ਕੋਵਿਡ ਕਰਕੇ ਸਾਰਾ ਕੁਛ ਔਖਾ ਹੋ ਗਿਆ, ਨਹੀਂ ਤਾਂ ਹੁਣ ਵੀ ਅਸੀਂ ਇੱਥੇ ਕੈਂਪ ਲਾਉਣੇ ਸੀਗੇ। ਲਾਸਟ ਕੈਂਪ ਸਾਡਾ ਪੰਜਾਬ ਯੂਨੀਵਰਸਿਟੀ 'ਚ ਲੱਗਿਆ ਸੀਗਾ, ਅਤੇ ਉਹ ਸਾਡੇ 200 ਕਿ 250 ਲੋਕਾਂ ਨੇ ਉਦੋਂ ਰਜਿਸਟਰ ਕਰਵਾਇਆ ਸੀ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਅੱਛਾ, ਇਹ ਦੱਸੋ ਤੁਸੀਂ ਹੈ ਨਾ, ਤੁਸੀਂ ਖੁਦ ਡੋਨਰ ਹੋ, ਤੁਸੀਂ ਦੱਸਿਆ ਕਿ ਮੇਰੇ ਨਾਲ ਜਿਹੜਾ ਮੇਰਾ ਵਾਕਿਆ ਹੈ ਨਾ, ਮੈਂ ਕਿਸੇ ਲਈ ਰਜਿਸਟਰ ਕਰਾਇਆ ਅਤੇ ਮੈਚ ਕਿਸੇ ਨਾਲ ਹੋ ਗਿਆ, 2 ਸਾਲ ਬਾਅਦ ਲੋੜ ਪਈ। ਤੁਹਾਨੂੰ ਪਰਸਨਲੀ ਕੀ ਫ਼ਰਕ ਲੱਗਿਆ ਆਪਣੇ ਸਰੀਰ 'ਚ? ਕੋਈ ਕਮਜ਼ੋਰੀ ਆਈ ਆ ਜਾਂ ਕੋਈ ਕਿਸੇ ਪਾਸੇ ਤੋਂ? ਕਿਉਂਕਿ ਇਹ ਚੀਜ਼ ਜਿਹੜੀ ਆ ਨਾ ਕਲੀਅਰ ਜਦੋਂ ਲੋਕਾਂ ਨੂੰ ਹੋਊਗੀ ਕਿ ਕੋਈ ਫ਼ਰਕ ਨਹੀਂ ਹੈਗਾ, ਜੇ ਹੈਗਾ ਤਾਂ ਕੀ ਹੈਗਾ, ਤਦ ਹੀ ਉਹ ਲੋਕ ਜਿਹੜੇ ਆ ਮੈਨੂੰ ਲੱਗਦਾ ਕਿ ਵੱਡੀ ਗਿਣਤੀ ਦੇ ਵਿੱਚ ਰਜਿਸਟਰ ਵੀ ਕਰਾਉਣਗੇ ਅਤੇ ਤਿਆਰ ਵੀ ਹੋ ਸਕਦੇ ਨੇ। ਜਿਹੜਾ ਜੀ ਦੇਖੋ, ਜਦੋਂ ਤੁਸੀਂ ਡੋਨੇਟ ਕਰਨਾ, ਇੱਕ ਤੁਹਾਨੂੰ ਇੰਜੈਕਸ਼ਨ ਲੱਗਦੇ ਨੇ, ਮੈਨੂੰ ਹਮੇਸ਼ਾ ਉਹਨਾਂ ਦਾ ਨਾਮ ਭੁੱਲ ਜਾਂਦਾ ਇੰਜੈਕਸ਼ਨ ਦਾ, ਸੌਰੀ, ਪਰ ਉਹ ਇੰਜੈਕਸ਼ਨ ਲੱਗਦੇ ਨੇ, ਉਹ ਸਾਡੇ ਇੱਥੇ ਥਾਈਸ ਲੱਗਦੇ ਨੇ।
ਤੇ ਉਹਨਾਂ ਨਾਲ ਹਲਕੀ ਜੀ ਤੁਹਾਨੂੰ 3 ਦਿਨ ਜਿਹੜੇ ਆ ਨਾ ਤੁਹਾਡੇ, ਜਿਵੇਂ ਆਪਾਂ ਬੂਸਟ ਨਹੀਂ ਕਰਦੇ ਹੁੰਦੇ, ਜਿਵੇਂ ਆਪਾਂ ਆਇਰਨ ਦੇ ਇੰਜੈਕਸ਼ਨ ਲਾਉਂਦੇ ਹਾਂ, ਫਿਰ ਆਪਾਂ ਨੂੰ ਥੋੜ੍ਹੀ ਜਿਹੀ ਦੇਰ ਪੇਨ ਹੁੰਦੀ ਆ, ਕਾਈਂਡ ਆਫ ਇੱਦਾਂ ਦੀ ਤੁਹਾਡੀ ਬਾਡੀ 'ਚ ਇੱਕ ਪੇਨ ਹੁੰਦੀ ਆ ਉਹਨਾਂ ਇੰਜੈਕਸ਼ਨਸ ਨਾਲ, ਕਿਉਂਕਿ ਤੁਹਾਡੇ ਸਟੈਮ ਸੈੱਲ ਬੂਸਟ ਕਰਦੇ ਆ। 3 ਜਾਂ 4 ਦਿਨ ਉਹ ਇੰਜੈਕਸ਼ਨ ਲੱਗਦੇ ਨੇ। ਉਸ ਤੋਂ ਬਾਅਦ ਜਦੋਂ 4 ਇੰਜੈਕਸ਼ਨ ਜਾਂ 3 ਲਾ ਕੇ ਬੰਦੇ ਦੇ ਡਿਪੈਂਡ ਔਨ ਪਰਸਨ ਟੂ ਪਰਸਨ, ਉਸ ਤੋਂ ਬਾਅਦ ਤੁਹਾਡਾ ਪ੍ਰੋਸੀਜਰ ਹੁੰਦਾ ਕਿ ਤੁਸੀਂ ਡੋਨੇਟ ਕਰਨੇ ਆ। ਡੋਨੇਸ਼ਨ ਦਾ ਜਿਹੜਾ ਪ੍ਰੋਸੀਜਰ ਹੈ ਸੇਮ ਉਵੇਂ ਹੀ ਪਲੇਟਲੈਸ ਦੀ ਤਰ੍ਹਾਂ ਮਸ਼ੀਨ ਲੱਗੀ ਹੁੰਦੀ ਆ। ਇੱਕ IV ਤੁਹਾਡੇ ਇੱਧਰ ਲੱਗ ਜਾਂਦਾ ਜੀ, ਇੱਕ IV ਇੱਧਰ ਲੱਗ ਜਾਂਦਾ, ਬਲੱਡ ਬਾਹਰ ਆਉਂਦਾ, ਤੁਹਾਡੇ ਸਟੈਮ ਸੈੱਲ ਸੈਪਰੇਟ ਹੋ ਜਾਂਦੇ ਆ, ਬਲੱਡ ਤੁਹਾਡੀ ਬਾਡੀ 'ਚ ਵਾਪਸ ਆਈ ਜਾਂਦਾ। ਸੋ ਉਹ 4 ਘੰਟੇ ਜਾਂ 5 ਘੰਟੇ ਦਾ ਪ੍ਰੋਸੀਜਰ ਹੈ। ਉਹੀ ਮੈਂ ਕਹੂੰਗੀ ਪਰਸਨ ਟੂ ਪਰਸਨ ਹੈ। ਕਈ ਵਾਰੀ 5 ਘੰਟੇ 'ਚ ਜਾਂ 4 ਘੰਟੇ, ਜਿਵੇਂ ਮੇਰਾ 4 ਘੰਟੇ 'ਚ ਪ੍ਰੋਸੀਜਰ ਜਿਹੜਾ ਕੰਪਲੀਟ ਹੋ ਗਿਆ ਸੀ। 4 ਘੰਟੇ 'ਚ ਮੈਂ ਡੋਨੇਟ ਕਰਕੇ ਘਰ ਜਾ ਕੇ ਆਰਾਮ ਨਾਲ ਆਪਦਾ ਰੋਟੀ ਪਾਣੀ ਵੀ ਬਣਾਇਆ ਸੀ। ਜਿਵੇਂ ਬਲੱਡ ਡੋਨੇਟ ਕਰਕੇ ਆਪਾਂ ਘਰ ਜਾਂਦੇ ਹਾਂ, ਸੇਮ ਤੁਸੀਂ ਪਲੇਟਲੈਸ ਡੋਨੇਟ ਕਰਕੇ ਘਰ ਜਾ ਕੇ ਆਪਦਾ ਜੋ ਮਰਜ਼ੀ ਕੰਮ ਕਰੋ, ਜੋ ਮਰਜ਼ੀ ਜਿਵੇਂ ਮਰਜ਼ੀ ਆਪਣਾ ਤੁਰੋ ਫਿਰੋ, ਕੋਈ ਇੱਦਾਂ ਦੇ ਤੁਹਾਨੂੰ ਇਸ਼ੂ ਨਹੀਂ ਆਉਂਦੇ। ਜਿਹੜੇ ਤੁਹਾਡੇ ਸਟੈਮ ਸੈੱਲ ਨੇ ਇਹ ਹਫਤੇ ਦੇ ਵਿੱਚ ਤੁਹਾਡੀ ਬਾਡੀ ਦੇ ਵਿੱਚ ਦੁਬਾਰਾ ਬਣ ਜਾਂਦੇ ਨੇ। ਮਤਲਬ ਜਿਵੇਂ ਤੁਸੀਂ ਕਿਹਾ ਨਾ ਪਹਿਲਾਂ ਕੁਛ ਟੀਕੇ ਲੱਗਦੇ ਆ, ਉਹ 'ਚ ਥੋੜ੍ਹਾ ਦਰਦ ਹੁੰਦਾ। ਸਾਡੇ ਤਾਂ ਆਮ ਤੌਰ 'ਤੇ ਲੋਕ ਆਲੇ ਦੁਆਲੇ ਦੇ ਡਰਾ ਦਿੰਦੇ ਨੇ, ਹੈ ਨਾ, ਉਹ ਤੇਰੇ ਤਾਂ ਟੀਕੇ ਲਾ ਰਹੇ ਨੇ, ਪਤਾ ਨਹੀਂ ਤੇਰਾ ਕੀ ਕਰ ਲੈਣਾ, ਕੀ ਤੇਰੇ ਸਰੀਰ ਅੰਦਰੋਂ ਕੱਢ ਲੈਣਾ। ਮਤਲਬ ਇਹ ਚੀਜ਼ ਸਾਡੇ ਨਾ ਸਮਾਜ ਦਾ ਹਿੱਸਾ ਆ, ਇਹਨੂੰ ਆਪਾਂ ਨਿੰਦਣਾ ਵੀ ਸਾਡਾ ਫਰਜ਼ ਬਣਦਾ, ਕਿਉਂਕਿ ਇਹ ਗਲਤ ਆ ਨਾ। ਅਸੀਂ ਬੰਦੇ ਨੂੰ ਮੋਟੀਵੇਟ ਘੱਟ ਕਰਦੇ ਹਾਂ, ਡੀਮੋਟੀਵੇਟ ਬਹੁਤ ਛੇਤੀ ਕਰ ਦਿੰਦੇ ਹਾਂ। ਐਗਜ਼ਾਮਪਲ ਦੇ ਦਿੰਦੀ ਜੀ, ਮੈਂ ਹੁਣ ਜਲੰਧਰ ਕੋਲ ਪਿੰਡ ਸੀਗਾ, ਮੈਂ ਚਲੋ ID ਡਿਸਕਲੋਜ਼ ਨਹੀਂ ਕਰਾਂਗੇ ਇੱਥੇ ਕਿਉਂਕਿ ਨਹੀਂ ਕਰ ਸਕਦੇ ਆਪਾਂ। ਉੱਥੇ ਮੁੰਡਾ ਹੈ 23 ਸਾਲ ਦਾ, ਦਿੱਲੀ ਦੀ ਪੇਸ਼ੈਂਟ ਹੈ, ਹਜੇ ਵੀ ਦਿੱਲੀ ਪੇਸ਼ੈਂਟ ਹਸਪੀਟਲ ਦੇ ਵਿੱਚ ਪਈ ਹੈ, ਏਮਸ ਦੇ ਵਿੱਚ। 100% ਉਹ ਮੁੰਡਾ ਮੈਚ ਕੀਤਾ ਸੀ ਉਹਦੇ ਨਾਲ। ਮੈਂ ਉਹਨਾਂ ਦੇ ਘਰ ਜਾ ਕੇ 4 ਘੰਟੇ ਮਤਲਬ ਪੂਰਾ ਐਕਸਪਲੇਨ ਕੀਤਾ, ਆਪਦੀ ਵੀਡੀਓਜ਼ ਦਿਖਾਈਆਂ। ਔਰ ਉੱਥੇ ਉਹਨਾਂ ਦੇ ਮਤਲਬ ਫੈਮਿਲੀ ਦੇ ਵਿੱਚ ਬਾਅਦ 'ਚ ਇੱਕ ਲੇਡੀ ਅੰਦਰ ਆਈ ਅਤੇ ਉਹ ਆਣ ਕੇ ਕਹਿੰਦੀ ਨਹੀਂ ਜੀ ਅਸੀਂ ਨਹੀਂ ਡੋਨੇਟ ਕਰਨਾ। ਮੈਂ ਕਿਹਾ ਵੀ ਉਹ ਨਾਲੇ ਉਹ ਕਹਿੰਦੀ ਕਿ ਮੈਂ ਡਾਕਟਰ ਹਾਂ। ਫਿਰ ਮੈਂ ਉਹਨਾਂ ਨੂੰ ਇਹ ਕਿਹਾ ਵੀ ਜੇ ਤੁਸੀਂ ਡਾਕਟਰ ਹੋ, ਬੀਇੰਗ ਏ ਡਾਕਟਰ, ਸਾਡਾ ਤਾਂ ਫਰਜ਼ ਬਣਦਾ ਉਹਨੂੰ ਮੋਟੀਵੇਟ ਕਰਨ ਦਾ, ਨਾ ਕਿ ਤੁਸੀਂ ਉਹਨੂੰ ਡੀਮੋਟੀਵੇਟ ਕਰੋ ਵੀ ਤੁਸੀਂ ਨਹੀਂ ਕਰਨਾ। ਤਾਂ ਤੁਸੀਂ ਬਿਲੀਵ ਨਹੀਂ ਕਰੋਗੇ ਵੀਰ ਜੀ, ਉਹਨਾਂ ਨੇ ਮੈਨੂੰ ਐਵੇਂ ਕੱਢਿਆ ਸੀ ਜਿਵੇਂ ਭਿਖਾਰੀ ਭੀਖ ਮੰਗਣ ਨਹੀਂ ਆਉਂਦੇ, ਉਹਨਾਂ ਨੂੰ ਜੁੱਤੀਆਂ ਮਾਰ ਕੇ ਘਰੋਂ ਬਾਹਰ ਕੱਢੀ ਦਾ। ਉਹਨਾਂ ਨੇ ਮੈਨੂੰ ਗੇਟ ਤੋਂ ਉਵੇਂ ਲੜਾਇਆ ਸੀ ਵੀ ਜਿਵੇਂ ਮੈਂ ਪਤਾ ਨਹੀਂ ਆਪਣੇ ਲਈ ਕੁਛ ਮੰਗਣ ਆਈ ਹਾਂ, ਜਦੋਂ ਕਿ ਮੈਂ ਨਾ ਉਹ ਪੇਸ਼ੈਂਟ ਨੂੰ ਜਾਣਦੀ ਸੀ, ਨਾ ਹੀ ਉਹ ਮੁੰਡੇ ਨੂੰ ਜਾਣਦੀ ਸੀ। ਉਹਨਾਂ ਦੇ ਦਿਮਾਗ 'ਚ ਇਹੀ ਜੀ ਤੁਸੀਂ ਤਾਂ ਸਾਡੇ ਮੁੰਡੇ ਦੇ ਢਿੱਡ 'ਚ ਕੀੜੇ ਪਾ ਦੂੰਗੇ, ਤੁਸੀਂ ਸਾਡੇ ਨੂੰ ਆਹ ਕਰ ਦੋਗੇ। ਜਦ ਕਿ ਮੈਂ ਸਭ ਐਕਸਪਲੇਨ ਕੀਤਾ। ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਤੁਹਾਡੇ ਮੁੰਡੇ ਨਾਲ ਰਹੂੰਗੀ, ਜਦ ਤੱਕ ਡੋਨੇਟ ਨਹੀਂ ਹੋਊਗਾ ਮੈਂ ਨਾਲ ਰਹੂੰਗੀ, ਤੁਸੀਂ ਨਾਲ ਰਹੋ ਆਪਣੇ ਬੱਚੇ ਦੇ, ਬਟ ਤੁਸੀਂ ਉਹਨੂੰ ਡੋਨੇਟ ਕਰਨ ਦਿਓ। ਇੱਕ ਮਤਲਬ ਲੇਡੀ ਦੀ ਜਾਨ ਬਚ ਜੂਗੀ। ਪਰ ਉਹ ਸਟਿਲ ਹਜੇ ਤੱਕ ਵੀ ਨਹੀਂ ਮੰਨੇ। ਉਸ ਜਿਹਦਾ ਮੈਚ ਹੋਇਆ ਹੈ ਨਾ, ਉਹਨੇ ਰਜਿਸਟਰ ਤਾਂ ਖੁਦ ਆਪਣੇ ਫੈਸਲਾ ਲਿਆ ਹੋਣਾ ਨਾ, ਕਿਸੇ ਟਾਈਮ ਉਹਦੇ ਮਨ 'ਚ ਤਾਂ ਆਇਆ ਹੋਣਾ ਕਿ ਮੈਂ ਇੱਕ ਚੰਗੇ ਕੰਮ ਲਈ ਰਜਿਸਟਰ ਕਰਵਾ ਰਿਹਾ। ਮੈਂ ਇਹੀ ਦੱਸੂਗੀ ਨਾ ਜੀ, ਉਹਨਾਂ ਦਾ ਕੋਈ ਰਿਲੇਟਿਵ ਸੀਗੇ। ਮੈਂ ਹੁਣ ਇੱਥੇ ਫਿਰ ਉਹੀ USA ਤੋਂ ਕੋਈ ਬੱਚਾ ਸੀਗਾ ਅਤੇ ਉਹਦੇ ਲਈ ਕੈਂਪ ਲੱਗੇ ਸੀ ਇੱਥੇ ਇੰਡੀਆ 'ਚ, ਔਰ ਮੈਚ ਫॉर ਮੈਰੋ ਦੇ ਅੰਡਰ ਹੀ ਉਹ ਰਜਿਸਟਰ ਹੋਇਆ ਸੀ ਉਸ ਟਾਈਮ 'ਤੇ। ਦੁੱਖ ਦੀ ਗੱਲ ਇਹ ਵੀ ਹੈ ਕਿ ਮੈਚ ਫॉर ਮੈਰੋ ਦੇ ਅੰਡਰ ਰਜਿਸਟਰ ਹੋ ਕੇ ਉਹ ਬੈਕਅਪ ਹੋਇਆ। ਅਤੇ ਇਸੀ ਕਰਕੇ ਮੈਂ ਉਹਨੂੰ ਮਤਲਬ ਐਕਸਪਲੇਨ ਕਰਨ ਗਈ ਸੀ ਕਿ ਐਜ਼ ਡੋਨਰ ਜੇ ਮੈਂ ਐਕਸਪਲੇਨ ਕਰਕੇ ਉਹ ਤੋਂ ਡੋਨੇਟ ਕਰਵਾ ਸਕਾਂ ਅਤੇ ਉਹਦੀ ਜਾਨ ਬਚਾ ਲਈਏ। ਅਤੇ ਅੱਗੇ ਉਹ ਮਤਲਬ ਉਹ ਕਹਿੰਦਾ ਕਿ ਜੀ ਆਪਾਂ ਤਾਂ ਆਪਣੇ ਰਿਸ਼ਤੇਦਾਰਾਂ ਲਈ ਡੋਨੇਟ ਕੀਤਾ ਸੀ, ਜੇ ਉਹਨੂੰ ਨਹੀਂ ਮੈਚ ਮਿਲਿਆ ਤਾਂ ਆਪਾਂ ਨਹੀਂ ਕਿਸੇ ਹੋਰ ਨੂੰ। ਇੱਥੇ ਮੈਂ ਲੋਕਾਂ ਨੂੰ ਇੱਕ ਹੀ ਰਿਕੁਐਸਟ ਬਾਰ-ਬਾਰ, ਉੱਥੇ ਕੈਨੇਡਾ 'ਚ ਵੀ ਜਦੋਂ ਕੈਂਪ ਲੱਗਦੇ ਉੱਥੇ ਵੀ ਮੈਂ ਇਹੀ ਰਿਕੁਐਸਟ ਕਰਦੀ ਹੁੰਦੀ ਹਾਂ, ਜਦੋਂ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ, ਚਾਹੇ ਇੰਡੀਆ, ਚਾਹੇ ਕੈਨੇਡਾ, ਚਾਹੇ UK, ਕਿਤੇ ਵੀ ਜਦੋਂ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ, ਇਹ ਇੱਕ ਆਪਣੇ ਆਪ ਨਾਲ, ਆਪਣੇ ਦਿਲ ਨਾਲ ਇੱਕ ਪ੍ਰੋਮਿਸ ਕਰੋ ਵੀ ਜਿਹਦੇ ਮਰਜ਼ੀ ਨਾਲ ਮੈਂ ਮੈਚ ਕਰਾਂ, ਮੈਂ 100% ਆਪ ਦਾ ਬੋਨ ਮੈਰੋ ਡੋਨੇਟ ਕਰਾਂਗਾ, ਨੋ ਮੈਟਰ ਵਟ, ਜਾਂ ਕਰਾਂਗੀ। ਕਿ ਇਹ ਨਹੀਂ ਹੈਗਾ ਵੀ ਮੈਂ ਆਹ ਪਰਟੀਕੂਲਰ ਇੱਕ ਬੰਦੇ ਲਈ ਡੋਨੇਸ਼ਨ ਇਹਦੇ ਲਈ ਰਜਿਸਟਰ ਕਰਾਇਆ ਤਾਂ ਮੈਂ ਇਹਨੂੰ ਡੋਨੇਟ ਕਰਨਾ, ਜੇ ਕਿਸੇ ਹੋਰ ਨਾਲ ਮੈਂ ਮੈਚ ਕੀਤਾ ਮੈਂ ਨਹੀਂ ਡੋਨੇਟ ਕਰਨਾ। ਕਿਉਂਕਿ ਜਦੋਂ ਪੇਸ਼ੈਂਟ ਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਡੋਨਰ ਮਿਲ ਗਿਆ, ਮੇਰੇ ਨਾਲ ਕੋਈ ਮੈਚ ਕਰ ਗਿਆ, ਔਰ ਫਿਰ ਉਹ ਡੋਨਰ ਬੈਕਅਪ ਹੁੰਦਾ ਨਾ, ਉਹ ਪੇਸ਼ੈਂਟ ਨੇ ਜੇ ਸਾਲ ਜੀਣਾ ਉਹ 6 ਮਹੀਨੇ ਜਿੰਦਾ ਹੈ। ਕਿਉਂਕਿ ਉਹਦੇ 'ਚ ਇੱਕ ਡਰ ਆ ਜਾਂਦਾ, ਇੱਕ ਆਸ ਬਣ ਕੇ ਟੁੱਟਦੀ ਹੈ, ਬਣ ਕੇ ਟੁੱਟ ਜਾਂਦੀ ਹੈ ਅਤੇ ਉਹ ਮਤਲਬ ਦਿਲ ਛੱਡ ਦਿੰਦਾ ਪੇਸ਼ੈਂਟ। ਔਰ ਜਦੋਂ ਇੱਕ ਕੈਂਸਰ ਪੇਸ਼ੈਂਟ ਆਪਣਾ ਦਿਲ ਛੱਡ ਦਿੰਦਾ ਨਾ, ਉਸ ਤੋਂ ਬਾਅਦ ਉਹਦੀ ਲਾਈਫ ਜੇ 6 ਮਹੀਨੇ ਆ ਤਾਂ 3 ਮਹੀਨੇ ਰਹਿ ਜਾਂਦੀ ਹੈ। ਇੱਦਾਂ ਹੀ ਨਾ ਮੈਂ ਇੱਕ ਸ਼ਖਸ ਨੂੰ ਜਾਣਦਾ, ਮੈਂ ਮਿਲਿਆ ਇੱਕ ਵਾਰੀ ਉਹ ਆ ਪ੍ਰੋਫੈਸਰ ਲਖਵੀਰ ਸਿੰਘ ਜਲੰਧਰ ਤੋਂ ਨੇ, ਉਹਨਾਂ ਦੇ ਨਾਲ ਪ੍ਰੋਗਰਾਮ ਕਰਨ ਦਾ ਮੌਕਾ ਵੀ ਮਿਲਿਆ। ਉਹਨਾਂ ਦੀ ਐਗਜ਼ਾਮਪਲ ਬੜੇ ਜ਼ਿੰਦਾ ਦਿਲ ਇਨਸਾਨ ਸਨ, ਜਿੰਨੀ ਦੇਰ ਵੀ ਉਹ ਕੈਂਸਰ ਨਾਲ ਲੜਦੇ ਰਹੇ ਨੇ ਪਰ ਇੱਕ ਚਿਹਰੇ 'ਤੇ ਮੁਸਕਾਨ, ਅੰਦਰੂਨੀ ਹੌਸਲਾ। ਉਹਨਾਂ ਦੇ ਲੇਖ ਵੀ ਇਸੇ ਤਰੀਕੇ ਛਪਦੇ ਸੀਗੇ ਕਿ ਕੈਂਸਰ ਨੂੰ ਇਕੱਲਾ ਬਿਮਾਰੀ ਨੂੰ ਦਵਾਈ ਨੇ ਨਹੀਂ ਹਰਾਉਣਾ, ਉਹਨੂੰ ਤੁਸੀਂ ਖੁਦ ਬ ਖੁਦ ਹਰਾਉਣਾ।
ਪਰ ਅਫਸੋਸ ਪਿਛਲੇ ਦਿਨੀ ਉਹ ਵੀ ਜਿਹੜਾ ਆ ਸਾਨੂੰ ਅਲਵਿਦਾ ਆਖ ਗਏ। ਅੱਛਾ ਇਹ ਭੈਣ ਜੀ ਇਹਦੇ ਬਾਰੇ ਦੱਸੋ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੈਂਪ ਲੱਗਦੇ ਨੇ ਹੈ ਨਾ, ਕੈਂਪ ਦੇ ਵਿੱਚ ਰਜਿਸਟਰ ਕਰਾਉਣ ਤੋਂ ਬਾਅਦ ਜਿਸ ਬੰਦੇ ਦਾ ਟੈਸਟ ਹੋਣਾ ਆ ਉਹਦਾ ਤਾਂ ਕੋਈ ਖਰਚਾ ਨਹੀਂ ਨਾ ਹੁੰਦਾ? ਦੇਖੋ ਜੀ, ਜਦੋਂ ਅਸੀਂ ਆਪ ਦੀ ਮੈਚ ਫॉर ਮੈਰੋ ਦੇ ਅੰਡਰ ਆਰਗੇਨਾਈਜੇਸ਼ਨ ਦੇ ਅੰਡਰ ਆਪਾਂ ਰਜਿਸਟਰ ਕਰਦੇ ਆ, ਜਾਂ ਇੱਕ ਜੀਨ ਬੰਧੂ ਵੀ ਹੈਗੀ ਹੈ, ਇਹ ਜੀਨ ਬੰਧੂ ਜਿਹੜੀ ਯੂਕੇ DKMS ਹੈਗੀ ਹੈ ਯੂਕੇ ਦੀ, ਉਹਨਾਂ ਦੇ ਅੰਡਰ ਵੀ ਕਰਦੇ ਨੇ ਤੇ ਮੈਚ ਫॉर ਮੈਰੋ ਨਾਲ ਵੀ ਕਰਦੇ ਨੇ, ਤਾਂ ਇਹਦੇ 'ਚ ਅਸੀਂ ਕੋਈ ਪੈਸਾ ਨਹੀਂ ਲੈਂਦੇ। ਜਿੰਨਾ ਵੀ ਪੈਸਾ ਹੈ US $80 ਇੱਕ ਬੰਦੇ ਦੇ ਲੱਗਦੇ ਨੇ, 60 ਤੋਂ $80 ਇੱਕ ਬੰਦੇ ਦਾ ਖਰਚਾ ਆਉਂਦਾ। ਤਾਂ ਅਸੀਂ ਕੈਨੇਡਾ 'ਚ ਜੋ ਵੀ ਸਾਡੇ ਕੋਲ ਜਿਹੜੀ ਇੱਕ ਮੈਚ ਫॉर ਮੈਰੋ ਹੈ, ਇਟਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਸਾਨੂੰ ਅਸੀਂ ਕਈ ਵਾਰੀ ਤਾਂ ਆਪਣੇ ਕੋਲੋਂ ਹੀ ਪੈਸੇ ਇਕੱਠੇ ਕਰਕੇ ਇੰਡੀਆ 'ਚ ਕੈਂਪ ਲਗਵਾਉਂਦੇ ਆ, ਹੈ ਨਾ। ਅਤੇ ਉਹ ਜਿਹੜੇ ਅਸੀਂ ਕੈਂਪ 'ਚ ਪੈਸਾ ਜੋ ਵੀ ਖਰਚਾ ਹੁੰਦਾ ਉਹ ਅਸੀਂ ਆਪਣੇ ਕੋਲੋਂ ਲਵਾਉਂਦੇ, ਕਿਉਂਕਿ ਸਾਨੂੰ ਪਤਾ ਵੀ ਜੇ ਇੰਡੀਆ ਪੈਸੇ ਦੇਣੇ ਪਏ ਤਾਂ ਕੋਈ ਰਜਿਸਟਰ ਉਵੇਂ ਹੀ ਨਹੀਂ ਕਰਾਊਗਾ। ਇੱਕ ਇਹ ਗੱਲ ਵੀ ਹੈਗੀ ਆ। ਤਾਂ ਇੱਥੇ ਮੈਂ ਇੱਕ ਗੱਲ ਦੱਸੂੰਗੀ ਕਿ ਜਿਹੜਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ, ਇਟਸ ਵੈਰੀ ਈਜ਼ੀ। ਕੋਵਿਡ ਨੇ ਸਾਨੂੰ ਹੋਰ ਵੀ ਜ਼ਿਆਦਾ ਈਜ਼ੀ ਕਰਤਾ ਮੈਨੂੰ ਸਮਝਾਉਣਾ, ਕਿਉਂਕਿ ਬਿਲਕੁਲ ਕੋਵਿਡ ਦੀ ਤਰ੍ਹਾਂ ਮੈਂ ਲੋਕਾਂ ਨੂੰ ਕਹਿੰਦੀ ਹੁੰਦੀ ਕਿ ਕੋਵਿਡ ਤੋਂ ਬਹੁਤ ਕੁਛ ਆਪਾਂ ਨੂੰ ਸਿੱਖਣ ਨੂੰ ਮਿਲ ਰਿਹਾ ਜੇ ਆਪਾਂ ਸਿੱਖੀਏ, ਪਰ ਆਪਾਂ ਸਿੱਖ ਨਹੀਂ ਰਹੇ ਫਿਰ ਵੀ। ਹਿਊਮੈਨਿਟੀ ਸਭ ਤੋਂ ਪਹਿਲਾਂ, ਪਰ ਆਪਾਂ ਫਿਰ ਵੀ ਨਹੀਂ ਸਿੱਖ ਰਹੇ। ਸੋ ਜਿਵੇਂ ਆਪਣਾ ਕੋਵਿਡ ਦਾ ਟੈਸਟ ਹੁੰਦਾ ਉਹ ਮੂੰਹ 'ਚ ਪਾ ਕੇ ਕਰਦੇ ਨੇ ਜੀ, ਇੱਦਾਂ ਹੀ ਕਿਊ ਟਿਪ ਹੁੰਦੇ ਨੇ 4, ਇੱਕ ਫਾਰਮ ਹੁੰਦਾ ਉਹਦੇ 'ਚ ਤੁਹਾਡੀ ਡਿਟੇਲ ਤੁਸੀਂ ਭਰਨੀ ਹੈ। ਕਿਊ ਟਿਪ ਜਿਹੜੇ 4 ਨੇ ਉਹ ਬਹੁਤ ਸੋਹਣੀ ਪੈਕਿੰਗ ਹੁੰਦੀ ਆ, ਅਤੇ ਉਹ ਕਿਊ ਟਿਪ ਤੁਸੀਂ ਇੱਥੇ ਜਿਹੜੇ ਤੁਹਾਡੇ ਇੱਥੇ ਹੈਗੀ ਹੈ ਚੀਕ ਬੋਨ ਆ ਉਹਦੇ ਅੰਦਰ ਇੱਥੇ 30 ਸੈਕਿੰਡ ਇੱਥੇ, ਫਿਰ ਦੂਸਰਾ ਚੁੱਕਣਾ 30 ਸੈਕਿੰਡ, 30 ਚਾਰੋਂ ਇੱਥੇ 30 ਸੈਕਿੰਡ ਰੱਬ ਕਰਕੇ ਤੁਸੀਂ ਉਹਦੇ 'ਚ ਪੈਕ ਕਰਕੇ, ਅਤੇ ਜੀਨ ਬੰਧੂ ਆ ਜਾਂ ਜਿਵੇਂ ਸਾਡੇ ਉੱਥੇ ਕੈਨੇਡਾ 'ਚ ਕੈਨੇਡੀਅਨ ਬਲੱਡ ਸਰਵਿਸਿਜ਼ ਆ ਉਹਨਾਂ ਨੂੰ ਤੁਸੀਂ ਭੇਜ ਦੇਣੇ ਆ, ਅਤੇ ਤੁਸੀਂ ਰਜਿਸਟਰ ਹੋ ਜਾਓਗੇ। ਅਤੇ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵਰਲਡ ਵਾਈਡ ਹੋਊਗੀ ਤੁਹਾਡੀ। ਜਿਵੇਂ ਹੈ ਨਾ ਆਪਾਂ ਨੂੰ ਬਲੱਡ ਦਾ ਗਰੁੱਪ ਪਤਾ ਲੱਗ ਜਾਂਦਾ ਵੀ ਭਾਈ ਇਹ ਆ ਤੁਹਾਡੇ ਕੋਲ ਆਇਡੈਂਟੀਟੀ ਆ, ਇਹਦੇ 'ਚ ਵੀ ਫਿਰ ਤੁਹਾਡੇ ਕੋਲ ਆਪਣਾ ਜਿਹੜਾ ਬੋਨ ਮੈਰੋ ਦੇ ਜਿਹੜਾ ਪਛਾਣ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਉਹਦਾ ਹੈ ਨਾ ਉਹ ਤੁਹਾਨੂੰ ਦੇ ਦਿੱਤੀ ਜਾਂਦੀ ਆ? ਹਾਂਜੀ, ਨਹੀਂ ਉਹ ਕਿਸੇ ਨੂੰ ਨਹੀਂ ਦਿੰਦੇ, ਨਹੀਂ, ਸਿਰਫ ਆਰਗੇਨਾਈਜੇਸ਼ਨ ਕੋਲੇ ਆਰਗੇਨਾਈਜੇਸ਼ਨ ਕੋਲ ਵੀ ਨਹੀਂ। ਵਰਲਡ ਵਾਈਡ ਡਾਟਾਬੇਸ ਰਜਿਸਟਰੀ ਹੈ ਜੀ ਇਹ, ਜਿਵੇਂ ਕੈਨੇਡੀਅਨ ਬਲੱਡ ਸਰਵਿਸਿਜ਼ ਹੋ ਗਈ, UK ਦੀ DKMS ਹੋ ਗਈ, ਕੈਨੇਡਾ ਇੱਥੇ ਇੰਡੀਆ ਜੀਨ ਬੰਧੂ ਦਾਤਰੀ ਹੋ ਗਿਆ, ਇਹ ਸਾਰੇ ਵਰਲਡ ਵਾਈਡ ਹੀ ਜਦੋਂ ਚੈੱਕ ਹੁੰਦਾ ਤਾਂ ਫਿਰ ਵਰਲਡ ਵਾਈਡ ਡਾਟਾਬੇਸ ਰਜਿਸਟਰੀ 'ਚ ਹੁੰਦਾ। ਹੁਣ ਜਿਵੇਂ ਮੈਂ ਜਦੋਂ ਮੈਚ ਕੀਤੀਆਂ ਮੈਨੂੰ ਇਹ ਨਹੀਂ ਪਤਾ ਵੀ ਉਹ ਪੇਸ਼ੈਂਟ ਕੈਨੇਡਾ 'ਚ ਹੈ, USA 'ਚ ਹੈ, ਇੰਡੀਆ 'ਚ ਹੈ ਕਿ ਕਿੱਥੇ ਆ, ਮੈਨੂੰ ਇਹੀ ਨਹੀਂ ਪਤਾ। ਸੋ ਮਤਲਬ ਤੁਸੀਂ ਕਿਤੇ ਵੀ ਕਿਸੇ ਨਾਲ ਵੀ ਮੈਚ ਕਰਦੇ ਹੋ, ਪਰ ਇਹ ਹੈ ਕਿ ਤੁਹਾਨੂੰ ਉੱਥੇ ਨਹੀਂ ਜਾਣਾ ਪੈਣਾ। ਤੁਸੀਂ ਜਿਹੜੀ ਜਿਵੇਂ ਕੈਨੇਡੀਅਨ ਬਲੱਡ ਸਰਵਿਸਿਜ਼ ਤੁਸੀਂ ਕੈਨੇਡਾ ਸਪੋਜ਼ ਕਰੋ ਕਿਸੇ ਨਾਲ ਮੈਚ ਕੀਤੇ ਹੋ, ਉੱਥੋਂ ਉਹਨਾਂ ਨੇ ਆਪਣਾ ਲੈ ਲੈਣਾ, ਉਹਨਾਂ ਦਾ ਹੀ ਖਰਚਾ ਹੋਊਗਾ ਉਹ। ਜੇ ਇੱਥੇ ਕਿਸੇ ਨਾਲ ਮੈਚ ਕਰਦੇ ਹੋ ਕੈਨੇਡਾ ਤੋਂ ਆਉਣਾ, ਉਹ ਪੇਸ਼ੈਂਟ ਦਾ ਖਰਚਾ ਹੋ ਜਾਂਦਾ। ਸਾਡੀ ਹੈਲਥ ਮਤਲਬ ਜਿਹੜੇ ਸਾਡੇ ਕੈਨੇਡਾ ਕਵਰੇਜ ਹੈਗੀ ਆ ਤਾਂ ਉਹ ਸਾਨੂੰ ਹੌਸਪੀਟਲ ਵੱਲੋਂ ਹੀ ਖਰਚਾ ਹੁੰਦਾ ਸਾਰਾ, ਅਤੇ ਉਹ ਜਿਹੜੇ ਸਾਡੇ ਸਟੈਮ ਸੈੱਲ ਨੇ ਉਹ ਤੁਸੀਂ ਡੋਨੇਟ ਕਰ ਦਿਓ, ਉਹ ਪੈਕ ਹੁੰਦੇ ਨੇ, ਪੈਕ ਹੋ ਕੇ ਬਾਈ ਏਅਰ ਜਿੱਧਰ ਵੀ ਜਾਣੇ ਉੱਥੇ ਚਲੇ ਜਾਂਦੇ। ਹੁਣ ਮੰਨ ਲਓ ਹੈ ਨਾ ਤੁਹਾਨੂੰ ਸੁਣ ਕੇ ਕਿਸੇ ਦਾ ਮਨ ਕਰਦਾ ਆ, ਉਹ ਕੀ ਕਰ ਸਕਦਾ, ਰਜਿਸਟ੍ਰੇਸ਼ਨ ਕਿਵੇਂ ਕਰਵਾ ਸਕਦਾ ਆ? ਹਾਂਜੀ, ਉਹ ਦੇਖੋ ਜੇ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਆ, ਮੈਚ ਫॉर ਮੈਰੋ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ, ਉਹਦੀ ਇੰਸਟਾਗ੍ਰਾਮ ਫੇਸਬੁੱਕ ਹੈਗਾ, ਉਹਦੇ 'ਤੇ ਤੁਸੀਂ ਮੈਸੇਜ ਕਰ ਦਿਓ ਕਿ ਅਸੀਂ ਰਜਿਸਟਰ ਕਰਾਉਣਾ ਚਾਹੁੰਦੇ ਹਾਂ। ਅਤੇ ਜਿਵੇਂ ਹੁਣ ਮੈਂ ਹੈਗੀ ਆ, ਮੈਂ ਆਪਣੇ ਜਿੰਨੇ ਵੀ ਮੇਰੇ ਫੈਮਿਲੀ 'ਚ ਯੰਗਸਟਰਸ ਨੇ ਮੈਂ ਸਾਰਿਆਂ ਨੂੰ ਅੰਡਰ ਦਾ ਜੀਨ ਬੰਧੂ ਰਜਿਸਟਰ ਕਰਵਾ ਕੇ ਜਾ ਰਹੀ ਹਾਂ ਕਿ ਚਲੋ ਤੁਸੀਂ ਤਾਂ ਆਪਣੇ ਆਪ ਨੂੰ ਰਜਿਸਟਰ ਕਰੋ, ਮੇ ਵੀ ਤੁਸੀਂ ਕਿਸੇ ਨਾਲ ਮੈਚ ਕਰ ਜਾਓ ਤਾਂ ਤੁਸੀਂ ਜੀਨ ਬੰਧੂ ਦੇ ਅੰਡਰ ਰਜਿਸਟਰ ਕਰ ਸਕਦੇ ਹੋ। ਇੱਕ ਦਾਤਰੀ ਆਰਗੇਨਾਈਜੇਸ਼ਨ ਹੈਗੀ ਹੈ, ਤੁਸੀਂ ਦਾਤਰੀ ਦੇ ਅੰਡਰ ਆਰਗੇਨਾਈਜੇਸ਼ਨ ਦੇ ਅੰਡਰ ਵੀ ਰਜਿਸਟਰ ਕਰ ਸਕਦੇ ਹੋ, ਮੈਚ ਫॉर ਮੈਰੋ ਦੇ ਅੰਡਰ ਵੀ ਰਜਿਸਟਰ ਕਰ ਸਕਦੇ ਹੋ। ਬਟ ਅਗੇਨ ਸਾਨੂੰ ਵੀ ਇੱਧਰ ਉੱਧਰ ਕਿਸੇ ਨਾਲ ਕਰਨਾ ਪੈਂਦਾ। ਭੈਣ ਜੀ ਦਾ ਇੱਕੋ ਇੱਕ ਸੁਪਨਾ ਹੁਣ ਇੰਡੀਆ ਲਈ, ਪੰਜਾਬ ਲਈ, ਕਿਉਂਕਿ ਕਹਿੰਦੇ ਆ ਨਾ ਕਿ ਚਾਹੇ ਤੁਸੀਂ ਪੰਜਾਬ ਛੱਡ ਕੇ ਚਲੇ ਗਏ ਹੋ ਬਟ ਤੁਹਾਡੀਆਂ ਜਿਹੜੀਆਂ ਜੜ੍ਹਾਂ ਨੇ ਉਹ ਪੰਜਾਬ ਨਾਲ ਜੁੜੀਆਂ ਹੋਈਆਂ, ਉਹਨਾਂ ਨੂੰ ਬੜਾ ਹੀ ਫਿਕਰ ਰਹਿੰਦਾ ਇਸ ਚੀਜ਼ ਦਾ। ਉਹਨਾਂ ਦਾ ਇੱਕੋ ਇੱਕ ਸੁਪਨਾ ਹੈ ਕਿ ਸਾਡੀ ਪੂਰੀ ਟੀਮ ਦਾ ਕਿ ਅਸੀਂ ਇੰਡੀਆ ਦੇ ਵਿੱਚ ਇੱਕ ਲੈਬ ਲਾਈਏ ਆਪਣੇ ਖਰਚਾ ਕਰਕੇ, ਜਦੋਂ ਸਾਡੇ ਕੋਲ ਇੰਨੇ ਫੰਡ ਹੋਣ ਅਤੇ ਕੋਵਿਡ ਖਤਮ ਹੋ ਜਾਵੇ, ਅਸੀਂ ਕਿੱਥੇ ਪੰਜਾਬ 'ਚ ਇੱਕ ਲੈਬ ਲਾਈਏ। ਲੈਬ ਲਾ ਕੇ ਘੱਟੋ ਘੱਟ ਜਾਂ ਲੱਖ ਜਾਂ 2 ਲੱਖ ਬੰਦਾ ਫ੍ਰੀ ਅਸੀਂ ਉਹ ਲੈਬ 'ਚ ਰਜਿਸਟਰ ਕਰੀਏ, ਕਿਉਂਕਿ ਨਾ ਇਹ ਜ਼ਰੂਰੀ ਵੀ ਆ ਮੈਨੂੰ ਲੱਗਦਾ। ਹੁਣ ਜਿਵੇਂ ਮੈਂ ਤਾਂ ਹੀ ਦੁਬਾਰਾ ਸਵਾਲ ਕੀਤਾ ਸੀਗਾ ਕਿ ਇਹ ਬੜਾ ਮਾਮਲਾ ਪੇਚੀਦਾ ਜਿਹਾ ਹੋ ਜਾਂਦਾ। ਅਗਲਾ ਕਹਿੰਦਾ ਰਜਿਸਟਰ ਕਰੂੰਗਾ, ਫਿਰ ਉਸ ਤੋਂ ਬਾਅਦ ਮੈਨੂੰ ਕਿੱਥੇ ਜਾਣਾ ਪਊਗਾ, ਹੈ ਨਾ। ਜਿਹੜੀਆਂ ਇਹ ਤੁਸੀਂ ਦੱਸਿਆ ਨੇ ਡੈਲੀ ਬੇਸਡ ਵੀ ਨੇ ਆਰਗੇਨਾਈਜੇਸ਼ਨਸ, ਉਹ ਫਿਰ ਤੁਹਾਡੇ ਘਰ ਤੱਕ ਪਹੁੰਚ ਕਰਦੀਆਂ ਨੇ ਟੈਸਟ ਲੈਣ ਦੇ ਲਈ, ਜਾਂ ਫਿਰ ਤੁਹਾਨੂੰ ਕਿਤੇ ਸੱਦਦੀਆਂ? ਜੀਨ ਬੰਧੂ ਹਾਂਜੀ ਬਿਲਕੁਲ, ਤੁਹਾਨੂੰ ਉਹ ਕਿੱਟ ਭੇਜ ਵੀ ਸਕਦੇ ਨੇ, ਮੇਰੇ ਖਿਆਲ ਆਨਲਾਈਨ ਵੀ ਭੇਜ ਦੇਣਗੇ, ਜਾਂ ਜੇ ਤੁਸੀਂ ਉਹਨਾਂ ਨਾਲ ਰਜਿਸਟਰ ਕਰਵਾਉਣਾ ਆ ਤਾਂ ਤੁਸੀਂ ਉਹਨਾਂ ਨੂੰ ਮੈਸੇਜ ਵੀ ਕਰ ਸਕਦੇ ਹੋ, ਜਾਂ ਤੁਸੀਂ ਮੈਚ ਫॉर ਮੈਰੋ ਨੂੰ ਵੀ ਮੈਸੇਜ ਕਰੋਗੇ ਤਾਂ ਉਹ ਅਸੀਂ
ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਉਹ ਅੰਡਰ ਤੁਹਾਨੂੰ ਫਿਰ ਵੀ ਉਹ ਰਜਿਸਟਰ ਕਰ ਲੈਂਦੇ ਆ। ਮੈਂ ਤਾਂ ਕਹਿੰਦੀ ਹਾਂ ਕਿ ਐਟਲੀਸਟ ਆਓ। ਮੈਂ ਤਾਂ ਅੱਜ ਕੈਂਪ ਲਵਾ ਦੇਵਾਂ, ਕਹੋ ਲੋਕ ਇਕੱਠੇ ਕਰੋ, ਮੈਂ ਅੱਜ ਕਹਿ ਦਿੰਦੀ ਹਾਂ ਜੀਨ ਬੰਦ ਹੁੰਦੀ ਹਾਂ ਕਿਸੇ ਨੂੰ ਵੀ ਆ ਕੇ ਭਾਈ ਕੈਂਪ ਲਾ ਕੇ ਲੋਕਾਂ ਨੂੰ ਰਜਿਸਟਰ ਕਰ ਲਓ। ਜੇ ਮੈਂ ਕਹਿੰਦੀ ਹਾਂ ਮੇਰੀ ਗੱਲ, ਮੈਂ ਤਾਂ ਹਰ ਜਗ੍ਹਾ ਜਿੱਥੇ ਕਿਤੇ ਬੈਠੀ ਹੁੰਦੀ ਹਾਂ ਇਹੀ ਗੱਲ ਕਰਦੀ ਹਾਂ, ਜੇ ਮੇਰੇ ਕਹੇ ਨਾਲ 10 ਲੋਕ ਸੁਣ ਕੇ ਆਪਣੇ ਕੰਨਾਂ 'ਚ ਪਾ ਕੇ ਗੱਲ ਆਪਣੇ ਦਿਮਾਗ 'ਚ ਪਾ ਲੈਂਦੇ ਨੇ, ਉਹ ਅੱਗੇ 10 ਨੂੰ ਦੱਸਦੇ, ਇੱਦਾਂ ਹੀ ਚੇਨ ਬਣ ਕੇ ਜੇ ਮਤਲਬ 50 100 150 ਬੰਦਾ ਵੀ ਰਜਿਸਟਰ ਹੋ ਜਾਂਦਾ। ਸੋ ਬੜੀ ਵਧੀਆ ਗੱਲ ਹੈ ਕਿ ਕਿਸੇ 100 ਚੋਂ ਕੋਈ 50 ਵੀ ਮੈਚ ਕਰਦੇ ਤਾਂ ਆਪਾਂ 50 ਬੰਦਿਆਂ ਦੀ ਕਹਿ ਲਓ ਜਾਨ ਬਚਾ ਲਈ। ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਬਹੁਤ ਕੰਮ ਦੀ ਜਾਣਕਾਰੀ ਦਿੱਤੀ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਵੀਰ ਜੀ। ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਦਾ ਵੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਲੋਕਾਂ ਨੂੰ ਸਾਰਾ ਕੁਝ ਐਕਸਪਲੇਨ ਕਰ ਸਕਾਂ, ਅਤੇ ਲੋਕ ਜ਼ਰੂਰ ਮੇਰੇ ਖਿਆਲਾਂ ਨੂੰ ਸੁਣਨਗੇ ਅਤੇ ਧਿਆਨ ਦੇਣਗੇ ਇਸ ਚੀਜ਼ ਵੱਲ, ਕਿਉਂਕਿ ਇਹ ਸਭ ਤੋਂ ਵੱਡਾ ਮੁੱਦਾ ਅੱਜ ਦਾ ਪੰਜਾਬ ਦਾ ਕੈਂਸਰ, ਅਤੇ ਜ਼ਰੂਰ ਇਸ ਵੱਲ ਧਿਆਨ ਦੇਣ ਅਤੇ ਆਪਣੇ ਆਪ ਨੂੰ ਰਜਿਸਟਰ ਜ਼ਰੂਰ ਕਰਵਾਉਣ। ਦੇਖੋ ਇਹ ਸਮੇਂ ਦੀ ਲੋੜ ਵੀ ਆ। ਪੰਜਾਬੀ ਮੈਂ ਪਹਿਲਾਂ ਸ਼ੁਰੂਆਤ 'ਚ ਵੀ ਕਿਹਾ ਸੀ ਕਿ ਸਾਡੀ ਪਛਾਣ ਦਲੇਰਾਂ ਵਜੋਂ ਆ, ਸਾਡੀ ਪਛਾਣ ਦੂਜਿਆਂ ਲਈ ਖੜਨ ਵਜੋਂ ਆ, ਅਤੇ ਅਸੀਂ ਖੜ੍ਹਦੇ ਵੀ ਹਾਂ। ਔਖੇ ਵੇਲੇ ਦੁੱਖ ਸੁੱਖ ਦੇ ਵਿੱਚ ਆਪਣੇ ਕੰਮ ਛੱਡ ਕੇ ਅਸੀਂ ਪਹੁੰਚਦੇ ਹਾਂ। ਪਰ ਦੇਖੋ ਇਹ ਚੀਜ਼ ਬਾਰੇ ਸਾਨੂੰ ਦੱਸਿਆ ਹੀ ਨਹੀਂ ਗਿਆ। ਹੁਣ ਜਦੋਂ ਸਾਡੇ ਲੋਕਾਂ 'ਚ ਇਸ ਚੀਜ਼ ਦੀ ਅਵੇਅਰਨੈਸ ਹੋਊਗੀ ਤਾਂ ਮੈਨੂੰ ਭਰੋਸਾ ਆ ਕਿ ਲੋਕ ਜ਼ਰੂਰ ਵੱਧ ਚੜ੍ਹ ਕੇ ਰਜਿਸਟ੍ਰੇਸ਼ਨ ਵੀ ਕਰਾਉਣਗੇ। ਮੈਚ ਫॉर ਮੈਰੋ, ਬੋਨ ਮੈਰੋ, ਜਿਹੜਾ ਕਹਿੰਦੇ ਆ ਕਿ ਸਟੈਮ ਸੈਲਸ ਰਾਹੀਂ ਅਸੀਂ ਕੈਂਸਰ ਵਾਲੇ ਪੇਸ਼ੈਂਟ ਨੂੰ ਇੱਕ ਨਵੀਂ ਜ਼ਿੰਦਗੀ ਦੇ ਸਕਦੇ ਹਾਂ। ਜਦੋਂ ਇਹ ਸਾਰਾ ਕੁਝ ਸਾਨੂੰ ਸਮਝ ਲੱਗੂਗਾ, ਕਿਉਂਕਿ ਸਭ ਤੋਂ ਜ਼ਰੂਰੀ ਹੁੰਦਾ ਆ ਅਵੇਅਰਨੈਸ, ਸਾਨੂੰ ਵੀ ਪਤਾ ਲੱਗੇ ਵੀ ਇਹ ਸਾਰੀ ਕਹਾਣੀ ਕੀ ਆ, ਇਹਦੇ ਨਾਲ ਕਿਵੇਂ ਫਾਇਦਾ ਹੁੰਦਾ, ਕਿਵੇਂ ਕਿਸੇ ਦੀ ਜ਼ਿੰਦਗੀ ਬਚਦੀ ਆ। ਸੋ ਇਸ ਮਾਮਲੇ ਦੇ ਵਿੱਚ ਅਵੇਅਰਨੈਸ ਵੱਖ-ਵੱਖ ਆਰਗੇਨਾਈਜੇਸ਼ਨ ਵੱਲੋਂ ਚਲਾਈ ਜਾ ਰਹੀ ਆ। ਭੈਣ ਜੀ ਉਹਨਾਂ ਦੀ ਆਰਗੇਨਾਈਜੇਸ਼ਨ ਵੀ ਲੱਗੀ ਹੋਈ ਆ। ਸੋ ਕਿਤੇ ਨਾ ਕਿਤੇ ਆਮ ਲੋਕਾਂ ਦਾ ਵੀ ਫਰਜ਼ ਬਣ ਜਾਂਦਾ ਕਿ ਅਸੀਂ ਹਿੱਸਾ ਲਈਏ, ਆਪਣੇ ਆਪ ਨੂੰ ਰਜਿਸਟਰ ਕਰਾਈਏ, ਅਤੇ ਜਿਹੜੀ ਗੱਲ ਸਾਨੂੰ ਨਹੀਂ ਪਤਾ ਉਸ ਗੱਲ ਦੇ ਬਾਰੇ ਪੁੱਛੀਏ, ਅਤੇ ਜਾਣਨ ਦੀ ਜਿਹੜੀ ਆ ਉਹ ਇੱਛਾ ਰੱਖੀਏ।